राग सोरठ बाणी भगत नामदेव जी की घर दूजा एक ओंकार सतगुर प्रसाद। पहाड़ पड़ोसन पूछ ले नामा, कापै छान छवाई हो, तो पह दुगनी मजूरी दै हूँ, मोको भेडी देहो बताई हो। पहाड़ पड़ोसन पूछ ले नामा, कापे छान छवाई। ਹੁਣ ਕਬੀਰ ਤੋਂ ਬਾਅਦ ਨਾਮਦੇਵ ਦਾ ਨੰਬਰ ਆਉਂਦਾ ਭਗਤਾਂ 'ਚ। ਭਗਤ ਕਬੀਰ ਜੀ ਨੇ ਵੀ ਛੰਨ ਦੀ ਗੱਲ ਲਿਖੀ ਹੈ। ਸਵਾਲ ਹੈ ਜਿਹੜੀ ਛੰਨ ਹੈ, ਛੰਨ ਕੀ ਸੀ? ਛੰਨ ਉਹੀ ਲਈ ਜਾਊਗੀ ਜਿਹੜੀ ਪਹਿਲਾਂ ਕਬੀਰ ਨੇ ਲਈ ਹੈ। ਉਸੇ ਬਾਣੀ ਦੀ ਵਿਆਖਿਆ ਕਰ ਰਿਹਾ ਹੈ। ਉਹ ਕਹਿੰਦਾ ਤ੍ਰਿਸ਼ਨਾ ਛਾਨ ਭਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ। ਤ੍ਰਿਸ਼ਨਾ ਦੀ ਛੰਨ ਸੀ। ਛੰਨ ਦਾ ਤ੍ਰਿਸ਼ਨਾ ਦੀ ਸੀ। ਇਹਨਾਂ ਨੇ ਛੰਨ ਕਾਹਦੀ ਬਣਾ ਲਈ? ਉਹੀ ਛੰਨ ਹੈ ਤ੍ਰਿਸ਼ਨਾ ਵਾਲੀ। ਉਹ ਤਾਂ ਢਾਤੀ ਸੀ ਕਬੀਰ ਨੇ। ਉਹ ਤਾਂ ਕਬੀਰ ਨੇ ਢਾਤੀ ਦੀ ਨਾਮਦੇਵ ਦੀ ਛੰਨ। ਇਹ ਬਣਾਉਣ ਦੀ ਕਿਉਂ ਲੋੜ ਪਈ ਨਾਮਦੇਵ ਨੂੰ ਛੰਨ? ਕਬੀਰ ਨੇ ਢਾਤੀ ਗਿਆਨ ਕੀ ਆਂਦੀ ਨੇ ਛੰਨ। ਇਹ ਤਾਂ ਕੋਈ ਸੀ ਪਹਿਲਾਂ ਭਰਮ ਗਿਆਨ ਦੀ। ਉਹੜੀ ਭਰਮ ਗਿਆਨ ਦੀ ਛਤਰੀ ਤੀ ਨਾ ਇਹਦੇ ਕੋਲ ਪਹਿਲਾਂ ਵੀ ਮੈਂ ਧਾਰਮਿਕ ਹਾਂ, ਉਹ ਸਾਰੀ ਉਡਾਤੀ ਉਹਨੇ। ਵਿਚਾਰਾ ਬਣਾਉਂਦਾ ਹੀ ਹੋਰ ਕਿਸੇ ਤੇ, ਜੋ ਪਹਿਲਾਂ ਢਾਤੀ। ਗੁਰੂ ਅਮਰਦਾਸ ਦੀ ਛੰਨ ਸਾਰੀ ਉਡਾਤੀ। ਗੁਰੂ ਅੰਗਦ ਨੇ ਤੀਲਾ ਤੀਲਾ ਕਰਕੇ ਉਡਾਤਾ ਸਾਰਾ ਹੀ ਗੰਗਾ ਵਾਲਾ। ਹਰਿਦੁਆਰ ਤੋਂ ਪਰੇ ਪਹੁੰਚਾਤਾ। ਗੰਗਾ 'ਚ ਹਟ ਗਿਆ ਗਾਹਾਂ ਉਹ। ਉਹਨਾਂ ਨੇ ਕਿਹਾ ਨਵੀਂ ਬਣਾਉਣੇ ਆ ਛੰਨ। ਛੰਨ ਸ਼ੈਲਟਰ ਜਿਹਦੇ ਥੱਲੇ ਅਸੀਂ ਮੁਸੀਬਤ ਤੋਂ ਥੱਲੇ ਜਿਹਦੇ ਨਾ, ਇਹ ਕਾਲ ਦੇ ਬਚਣ ਵਾਲੀ ਛੰਨ ਹੈ। ਕਾਲ ਦੇ ਪ੍ਰਹਾਰ ਤੋਂ ਸੇਫਟੀ ਵਾਲੀ ਛੰਨ ਹੈ। ਉਹ ਸੀਗੀ ਤ੍ਰਿਸ਼ਨਾ ਦੀ ਛੰਨ, ਮਾਇਆ ਦੀ ਛੰਨ ਸੀ। ਉਹ ਤਾਂ ਮਾਇਆ ਦੀ ਛੰਨ ਸੀ, ਇਹ ਨਾਮ ਦੀ ਛੰਨ। ਦੋਹਾਂ ਦਾ ਫਰਕ ਹੈ। ਜਦ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹਿਣ ਮਾਇਆ ਬਾਂਦੀ। ਸਾਰਿਆਂ ਦੀਆਂ ਛੰਨਾਂ ਉਡਾਤੀਆਂ ਜਿਹੜੇ ਭਗਤੀ ਕਰਦੇ ਤੇ ਕਬੀਰ ਨੇ। ਥੱਲੇ ਪਿੱਛੇ ਵਾਲੇ ਜਿਹੜੇ ਨੇੜੇ ਸੀ ਨਾ, ਸਾਰਿਆਂ ਦੀਆਂ ਉਡਾਤੀਆਂ। ਹੁਣ ਜਿਹਨੂੰ ਲੋੜ ਸੀ ਉਹਨੇ ਬਣਾ ਲਈ, ਨਹੀਂ ਜਿਹਦੀਆਂ ਉੱਡ ਗਈਆਂ ਉਹ ਆਪਣੀਆਂ ਉਹਨਾਂ ਦੇ ਵਿੱਚ ਇੱਕ ਤੁੱਥ ਮੁੱਥ ਕਰਕੇ ਗੁਜ਼ਾਰਾ ਕਰੀ ਗਏ। ਉਹ ਜਿਵੇਂ ਹੁਣ ਜਿਹੜੇ ਹੁਣ ਨੇ ਨਾ ਮਿਸ਼ਨਰੀ ਵਾਲੇ, ਉਹ ਜਿੱਥੇ ਮਘੋਰਾ ਹੋ ਜਾਂਦਾ ਉੱਥੇ ਡੱਕੇ ਡੁੱਕੇ ਹੋਰ ਫਸਾ ਲੈਂਦੇ ਨੇ। ਕੋਈ ਲਿਫਾਫਾ ਅੜਾ ਲੈਂਦਾ ਉੱਥੇ, ਜਿੱਥੋਂ ਉਹਨਾਂ ਦੀ ਛੰਨ 'ਚ ਗਲੀ ਹੋ ਜਾਂਦੀ ਆ ਨਾ ਤਰਕਾਂ ਨਾਲ, ਉੱਥੇ ਹੀ ਕਰਦੇ ਨੇ ਕੋਸ਼ਿਸ਼ ਵੀ ਹੋਰ ਡੱਕੇ ਡੁੱਕੇ ਫਸਾ ਕੇ, ਪੱਤੇ ਪੁੱਤੇ ਫਸਾ ਕੇ ਬਚਾ ਕਰ ਲਈਏ। ਕਾਹਨੂੰ ਹੁੰਦਾ ਬਚਾ? ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਵੇ ਉਡਾਨੀ ਭਰਮ ਕੀ ਟਾਟੀ। ਭਰਮ ਦੇ ਜਿਹੜੇ ਸੀ ਨਾ, ਉਹ ਤਾਣਾ ਬਾਣਾ ਬੁਣਿਆ ਹੋਇਆ ਭਰਮ ਦਾ, ਭਰਮ ਜਾਲ ਜਿਹ 'ਚ ਫਸਾਏ ਹੋਏ ਸੀ ਲੋਕ। ਜਿਵੇਂ ਮੱਕੜੀ ਜਾਲਾ ਕਰਕੇ ਫਸਾਉਂਦੀਆਂ ਨੇ ਸ਼ਿਕਾਰ ਨੂੰ, ਐਂ ਫਸਾਉਂਦੇ ਨੇ ਇਹ ਭਰਮ ਗਿਆਨੀ। ਭਰਮ ਦੇ ਵਿੱਚ ਜਾਲ 'ਚ ਐਂ ਫਸਾਉਂਦੇ ਨੇ। ਭਰਮ ਜਾਲ ਸਾਰਿਆਂ ਦੇ ਘੱਟ ਤੋੜਤੇ। ਉਹ ਭਰਮ ਜਾਲ 'ਚ ਇਹ ਆਪ ਵੀ ਫਸੇ ਹੁੰਦੇ ਨੇ। ਭਰਮ ਗਿਆਨ 'ਚ ਫਸੇ ਹੁੰਦੇ ਨੇ ਭਰਮ ਗਿਆਨੀ। ਉਹ ਉਡਾਤੇ ਸਾਰੇ। ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਉਹ ਮਾਇਆ ਨਾਲ ਜੁੜੀ ਹੋਈ ਸੀ ਨਾ। ਮਾਇਆ ਕਿਵੇਂ ਅਟਕ ਜੂਗੀ ਸੱਚ ਮੂਹਰੇ? ਝੂਠ ਨਹੀਂ ਖੜਦਾ ਸੱਚ ਜਿੱਥੇ ਪ੍ਰਗਟ ਹੋਵੇ। ਹਨੇਰਾ ਨਹੀਂ ਰੁਕਦਾ, ਅਗਿਆਨਤਾ ਨਹੀਂ ਰੁਕਦੀ ਜਿੱਥੇ ਗਿਆਨ ਪ੍ਰਗਟ ਹੋ ਜਾਵੇ। ਉਹ ਵਿਚਾਰੇ ਦੀ ਨਾਮਦੇਵ ਦੀ ਵੀ ਉੜ ਗਈ ਛੰਨ। ਹੁਣ ਕਹਿੰਦਾ ਵੀ ਦੁਬਾਰਾ ਛੰਨ ਕਿਵੇਂ ਬੰਨੀ ਹੈ? ਗੁਰੂ ਅਮਰਦਾਸ ਨੇ ਦੁਬਾਰਾ ਫਿਰ ਬਣਾਈ ਸ਼ਬਦ ਗੁਰੂ ਤੋਂ ਛੰਨ। ਉਹ ਵੇਡੀ ਹੈ ਦੂਆ। ਕੋਈ ਇਹਨਾਂ ਨੇ ਪਾੜ ਪੜੋਸਣ ਕਰ ਲਿਆ ਲਫ਼ਜ਼।
ਪਾੜ ਲਫ਼ਜ਼ ਛੱਡ ਕੇ ਪੜੋਸਣ ਕੱਲਾ ਰੱਖ ਲਿਆ। ਪਾੜੀ ਲਫ਼ਜ਼ ਹੈ, ਪੱਪੇ ਨੂੰ ਕਰਨਾ, ਰਾੜੇ ਨੂੰ ਸਿਆਰੀਏ ਕਦੇ ਛੱਡਤੀ। ਸ਼ਬਦ ਸਾਰਿਆਂ ਨੂੰ ਇੰਪੋਰਟੈਂਟ ਪਾੜੀ ਰਹਿੰਦੇ ਚ, ਉਹਦੇ ਅਰਥ ਨਹੀਂ ਕੀਤੇ। ਪੜੋਸਣ ਦਾ ਕਰਤਾ, ਪਾੜੀ ਦਾ ਅਰਥ ਕੀ ਹੈ? ਜਿਹੜੀ ਮਾਇਆ ਨੇ, ਭਰਮ ਨੇ ਸੁਰਤ ਆਪਣੇ ਮੂਲ ਨੂੰ ਪਾੜ ਦਿੱਤੀ ਸੀ। ਮਾਇਆ ਨੂੰ ਦੇਖ ਕੇ ਜਿਹੜੀ ਮਾਇਆ ਵੱਲ ਚਲੀ ਗਈ ਸੀ, ਧਿਆਨ ਮਾਇਆ ਵੱਲ ਰਹਿੰਦਾ ਸੀ, ਆਪਣੇ ਮੂਲ ਵੱਲ ਰਹਿੰਦਾ ਹੀ ਨਹੀਂ ਸੀ। ਉਹ ਪਾੜੀ ਹੋਈ ਸੀ ਸੁਰਤ, ਉਹਨੂੰ ਪਾੜੀ ਕਹਿੰਦੇ ਨੇ। ਰਾੜੇ ਨੂੰ ਸਿਆਰੀ ਹੈ, ਇਸਤਰੀ ਲਿੰਗ ਲਫ਼ਜ਼ ਹੈ। ਪਾੜੀ ਹੋਈ। ਫਿਰ ਅੱਗੇ ਪੜੋਸਣ ਦੇ ਵਿੱਚ ਰਾੜੇ ਨੂੰ ਕਨੌੜਾ ਚਾਹੀਦਾ। ਪੜੋਸਣ ਲਫ਼ਜ਼ ਹੈ ਪੰਜਾਬੀ ਦਾ, ਉਹ ਹੈ ਮਹਾਰਾਸ਼ਟਰ ਦਾ। ਉਹਨੂੰ ਤਾਂ ਪੜੋਸਣ ਸ਼ਬਦ ਦਾ ਹੀ ਨਹੀਂ ਪਤਾ ਅਰਥ ਕੀ ਹੁੰਦੇ ਨੇ। ਮਹਾਰਾਸ਼ਟਰ ਵਾਲੇ ਤਾਂ ਬੋਲਦੇ ਨਹੀਂ, ਪੜੋਸਣ ਲਫ਼ਜ਼ ਨਹੀਂ ਬੋਲਦੇ। ਤੁਸੀਂ ਅਰਥ ਪੰਜਾਬੀ ਦਾ ਕਿਵੇਂ ਕਰ ਲਏ? ਉਹ ਕਿੱਥੇ ਮਹਾਰਾਸ਼ਟਰ ਦਾ ਜੰਮਿਆ ਹੋਇਆ ਬੰਦਾ। ਪੜੋਸਣ ਲਫ਼ਜ਼ ਪੰਜਾਬ ਦਾ ਹੈ। ਫਿਰ ਪਾੜੀ ਦੇ ਤੁਸੀਂ ਅਰਥੇ ਛੱਡ ਦਿੱਤੇ। ਇੱਥੋਂ ਪਤਾ ਲੱਗਦਾ ਵਿਦਵਾਨ ਰੋਲ ਕੇ ਰੱਖਤੇ ਭਗਤਾਂ ਨੇ। ਉਹ ਰੁਲੇ ਪਏ ਹੋ ਤੁਸੀਂ, ਗੁਰਬਾਣੀ ਲੈ ਕੇ ਬਹਿ ਗਏ, ਪਤਾ ਤੁਹਾਨੂੰ ਕਾਸੇ ਦਾ ਨਹੀਂ ਹੈ। ਜਿਹੜੀ ਸੁਰਤ ਆਪਣੇ ਮੂਲ ਨੂੰ ਪਾੜੀ ਹੋਈ ਹੈ, ਪੜੋ ਰਾੜੇ ਨੂੰ ਹੋੜਾ, ਪੜੋ ਅਲੱਗ ਹੈ, ਸਣੀ ਅਲੱਗ ਹੈ। ਉਹ ਪੜੋ ਸਣੀ, ਉਹ ਮਾਇਆ 'ਚ ਲਿਪਤ ਹੋ ਗਈ, ਮਾਇਆ ਦੀ ਮੈਲ ਲੱਗ ਗਈ ਉਹਨੂੰ। ਸਣੀ ਹੈ ਲਿਪਤ ਹੋ ਜਾਣਾ ਮਾਇਆ ਨਾ। ਇੱਥੋਂ ਹੀ ਸਣੀ ਲਫ਼ਜ਼ ਤੋਂ ਹੀ ਸਨਾਤਨ ਬਣਿਆ ਲਫ਼ਜ਼ ਹੈ। ਸਣ ਜਾਣਾ, ਲਿਬੜ ਜਾਣਾ। ਕਿਸੇ ਚੀਜ਼ ਨਾਲ ਹੱਥ ਜਾ ਲਿਬੜ ਜਾਂਦੇ ਨੇ। ਯੂਪੀ ਦਾ ਜੰਮਿਆ ਹੋਇਆ ਕਬੀਰ, ਯੂਪੀ ਦੀ ਨਾ, ਇਹ ਯੂਪੀ ਦੀ ਬੋਲੀ ਹੈ। ਯੂਪੀ ਦੀ ਬੋਲੀ ਇੰਡੀਆ ਚੱਲਦੀ ਹੈ, ਪੰਜਾਬ ਦੀ ਬੋਲੀ ਨਹੀਂ ਇੰਡੀਆ ਚੱਲਦੀ। ਆਹ ਹਿੰਦੀ ਹੈ ਜਿਹੜੀ, ਇਹ ਤਾਂ ਚੱਲਦੀ ਹੈ ਪੂਰੀ ਇੰਡੀਆ ਦੇ ਵਿੱਚ ਹੀ, ਸਾਰੇ ਸਮਝ ਲੈਂਦੇ ਨੇ, ਪਰ ਪੰਜਾਬੀ ਨੂੰ ਨਹੀਂ ਸਮਝਦੇ ਹਾਂ ਸਾਰੀ ਹਿੰਦੁਸਤਾਨ 'ਚ। ਪੜੋ ਸਣੀ ਹੋ ਗਈ ਮਾਇਆ 'ਚ ਲਿਪਤ। ਮਾਇਆ ਦੇ ਵਿੱਚ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਜਿਹਨੂੰ ਮੈਲ ਲੱਗੀ ਹੈ ਉਹ ਸਣਿਆ ਹੋਇਆ ਕਹਿੰਦੇ ਨੇ। ਯੂਪੀ 'ਚ ਬੋਲਦੇ ਨੇ ਸਾਰੇ। ਫਿਰ ਸਾਰੀ ਬਾਣੀ ਯੂਪੀ ਦੀ ਹੋਈ ਹੈ ਕਬੀਰ ਦੀ। ਯੂਪੀ ਦੀ ਭਾਸ਼ਾ ਤਾਂ ਹੈ ਉਹ। ਯੂਪੀ ਦੀ ਜਿਹੜੀ ਭਾਸ਼ਾ 'ਚ ਕਬੀਰ ਨੇ ਲਿਖਿਆ, ਪੂਰੇ ਇੰਡੀਆ ਚੱਲਦੀ ਹੈ ਭਾਸ਼ਾ। ਕਾਸ਼ੀ ਸੈਂਟਰ ਸੀ ਨਾ, ਕਾਸ਼ੀ ਦੀ ਭਾਸ਼ਾ ਇੰਡੀਆ 'ਚ ਚੱਲਦੀ ਹੈ। ਪਾੜੀ ਪੜੋ ਸਣੀ, ਪਾੜੀ ਹੋਈ ਸੁਰਤ ਆਪਣੇ ਮੂਲ ਨਾਲੋਂ ਮਾਇਆ 'ਚ ਲਿਪਤ ਹੋ ਗਈ, ਮਾਇਆ ਦੀ ਮੈਲ ਲੱਗ ਗਈ ਇਹਨੂੰ। ਪੂਛ ਲੈ ਨਾਮਾ, ਪੂਛ ਲੈ ਨਾਮਾ। ਇੱਕ ਪਾੜੀ ਹੋਈ ਪੜੋਸਣੀ, ਇੱਕ ਜਿਹੜੀ ਦੁਰਮਤ ਨਾਲ ਜੁੜੀ ਹੋਈ ਸੁਰਤ ਹੈ ਜੋ ਅਜੋ ਕੋਈ ਮਨਮੁਖੀ, ਜਿਹੜਾ ਮਨਮੁਖੀ ਹੈ ਕੋਈ ਬੰਦਾ, ਉਹ ਨਾਮੇ ਦੀ ਸੁਰਤ ਨਹੀਂ ਪਾੜੀ ਹੋਈ ਹੈ, ਨਾਮੇ ਦੀ ਜੁੜੀ ਹੋਈ ਹੈ, ਨਾਮੇ ਦਾ ਛੰਨ ਬੰਨੀ ਹੋਈ ਹੈ ਦੁਬਾਰਾ। ਕੋਈ ਹੋਰ ਚਾਹੁੰਦਾ, ਜਿਹੜਾ ਕਬੀਰ ਦੀ ਬਾਣੀ ਨਾਲ ਢਹਿ ਢੇਰੀ ਹੋ ਗਿਆ, ਉਹ ਨਾਮੇ ਨੂੰ ਪੁੱਛਦਾ ਹੈ। ਪੁੱਛ ਲੈ ਨਾਮਾ, ਨਾਮੇ ਨੂੰ ਪੁੱਛਿਆ ਵੀ ਤੇਰੀ ਜਿਹੜੀ ਛੰਨ ਦੁਬਾਰਾ ਬੰਨੀ ਗਈ, ਤੇਰੀ ਬੋਲਤੀ ਬੰਦ ਹੋਈ ਹੋਈ, ਦੁਬਾਰਾ ਤੂੰ ਗਿਆਨ ਕਰਾਉਣ ਲੱਗ ਗਿਆ ਜਿਹੜਾ ਨਵੀਂ ਕਿਸਮ ਦਾ, ਇਹ ਤੈਨੂੰ ਕਿੱਥੋਂ? ਕਾ ਪਹਿਛਾਣ ਛਵਾਈ ਹੋ। ਕਿਹਨੇ ਤੇਰਾ ਹੈ ਸੁਰਤ ਮੱਧ ਦਿੱਤੀ ਆਪਣੇ ਨਾਲ? ਤੇਰੀ ਸੁਰਤ ਕਿਹਨੇ ਆਪਣੇ ਅੰਦਰ ਜੋੜ ਦਿੱਤੀ? ਕਿਉਂਕਿ ਗੱਲ ਅੰਦਰ ਦੀ ਜਦ ਕਰਨੀ ਹੈ, ਅੰਦਰ ਸੁਰਤ ਜੁੜ ਕੇ ਹੀ ਕਰੂਗੀ। ਜੇ ਮੂਲ ਦੀ ਜਾਣਕਾਰੀ ਦੇਣੀ ਹੈ, ਮੂਲ ਨਾਲ ਜੁੜੇ ਤੇ ਮੂਲ ਨੂੰ ਦੇਖੇ ਤੇ ਬਿਨਾਂ ਮੂਲ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਜਿਹਦਾ ਅਸੀਂ ਗਿਆਨ ਦੇਣਾ ਹੈ, ਜੇ ਉਹ ਚੀਜ਼ ਸਾਨੂੰ ਦਿਖੀ ਨਹੀਂ, ਦਰਸ਼ਨ ਨਹੀਂ ਹੋਇਆ, ਤਾਂ ਉਹਦਾ ਗਿਆਨ ਨਹੀਂ ਅਸੀਂ ਕਰਾ ਸਕਦੇ। ਜੇ ਚੀਜ਼ ਦਾ ਅਸੀਂ ਗਿਆਨ ਕਰਾਉਣਾ ਹੈ, ਜੇ ਸਾਨੂੰ ਉਹਦੀ ਸਮਝ ਨਹੀਂ ਹੈ, ਉਹਦਾ ਅਸੀਂ ਗਿਆਨ ਨਹੀਂ ਕਰਾ ਸਕਦੇ। ਇਸ ਕਰਕੇ ਗੁਰਬਾਣੀ ਜਿੰਨੀ ਬੋਲੀ ਹੋਈ ਹੈ, ਜੋ ਉਹਨਾਂ ਨੇ ਅੱਖਾਂ ਨਾਲ ਦੇਖਿਆ ਉਹ ਬੋਲੀ ਹੈ।
ਜੋ ਦੇਖਿਆ ਉਹ ਬੋਲੀਏ। ਪ੍ਰੈਜ਼ੈਂਟ ਟੈਂਸ ਦੀ ਹੈ ਸਾਰੀ ਬਾਣੀ, ਫਿਊਚਰ ਦੀ ਜਾਂ ਪਾਸਟ ਦੀ ਕੋਈ ਵੀ ਨਹੀਂ ਗੱਲ। ਜਿਹੜੇ ਇਹਨੂੰ ਪਾਸਟ ਦੀ ਗੱਲ ਮੰਨਦੇ ਨੇ ਪਾਗਲ ਨੇ। ਇਤਿਹਾਸ ਹੋਊ ਹਿੰਦੂਆਂ ਦਾ ਪੁਰਾਣਾ, ਪਰ ਇਹਦੇ ਵਿੱਚ ਜਿਹੜੀ ਗੱਲ ਲਿਖੀ ਹੈ ਪ੍ਰੈਜ਼ੈਂਟ ਦੀ ਹੈ। ਕਿਉਂਕਿ ਸੋ ਬੋਲੇ ਜੋ ਪੇਖੇ ਆਖੀ, ਇਹ ਸ਼ਰਤ ਰਹੂਗੀ ਗੁਰਬਾਣੀ ਤੇ, ਇਹ ਸ਼ਰਤ ਨਹੀਂ ਹਟ ਸਕਦੀ। ਜਿਹੜਾ ਇਹ ਸ਼ਰਤ ਹਟਾਊਗਾ ਉਹ ਗੁਰਬਾਣੀ ਦੇ ਅਰਥ ਗਲਤ ਕਰੂਗਾ। ਪ੍ਰੈਜ਼ੈਂਟ ਦੀ ਗੱਲ ਰਹੂਗੀ ਗੁਰਬਾਣੀ 'ਚ। ਜੋ ਬੋਲ ਰਿਹਾ ਆਦਮੀ ਗਵਾਹੀ ਦੇ ਰਿਹਾ, ਉਹ ਦੇਖ ਕੇ ਦੇ ਰਿਹਾ। ਇਹਦਾ ਮਤਲਬ ਉੱਥੇ ਹੈਗਾ ਉਸ ਵੇਲੇ। ਜਿਹੜੇ ਅਜਾਮਲ ਦੀ ਗੁਰਬਾਣੀ ਗੱਲ ਕਰ ਰਹੀ ਹੈ, ਉਹ ਅਜਾਮਲ ਤਾਂ ਹੈਗਾ, ਹੁਣ ਵੀ ਹੈਗਾ, ਉਦੋਂ ਵੀ ਸੀ। ਅਜਾਇ ਮੱਲ ਹੈ ਉਹ, ਮਨ ਹੈ ਅਜਾਇ ਮੱਲ, ਜਿਹੜੇ ਜਿੱਤਿਆ ਨਹੀਂ ਜਾ ਸਕਦਾ। ਅਜਾਇ ਮੱਲ ਪਾਪੀ ਜਗ ਜਾਣਾ, ਉਹ ਅਜਾਇ ਮੱਲ ਪਾਪੀ ਨੂੰ ਤਾਂ ਕੋਈ ਜਾਣਦਾ ਨਹੀਂ ਹਿੰਦੂਆਂ ਦੇ ਸਿਵਾ। ਉਹ ਤਾਂ ਅੰਗਰੇਜ਼ ਵੀ ਜਾਣਦੇ ਨੇ ਉਹਨੂੰ। ਜਗ ਜਾਣੇ, ਸਾਰਾ ਜਗ ਜਾਣਦਾ ਜਿਹਨੂੰ। ਜਗ ਜਾਣਦਾ ਸੀ ਨਹੀਂ, ਜਗ ਜਾਣੇ ਪ੍ਰੈਜ਼ੈਂਟ ਟੈਂਸ ਹੈ। ਹੁਣ ਵੀ ਜਾਣਦਾ ਜਗ ਸਾਰਾ, ਹਮੇਸ਼ਾ ਹੀ ਜਾਣਦਾ ਜਗ ਉਹਨੂੰ, ਪ੍ਰੈਜ਼ੈਂਟ ਟੈਂਸ ਹੈ। ਇਹ ਥੋੜੀ ਇਹ ਅਰਥ ਕਰ ਲੈਣਗੇ ਵਿਦਵਾਨਾਂ ਦੇ ਬਸ ਦੀ ਗੱਲ ਹੈ। ਵਿਦਵਾਨ ਤਾਂ ਮੈਂ ਪੰਗਾ ਲੈ ਬੈਠੇ ਸੀ। ਕੱਲ ਨਹੀਂ ਆਇਆ ਪ੍ਰੋਫੈਸਰ, ਉਹ ਘੰਟੇ 'ਚ ਹੋ ਗਿਆ ਪਾਣੀ ਧਾਣੀ। ਮੈਂ ਕਿਹਾ ਤੁਹਾਡਾ ਵਿਸ਼ਾ ਹੀ ਨਹੀਂ ਹੈ, ਇਹ ਵਿਸ਼ਾ ਹੋਰ ਭਾਸ਼ਾ ਹੈ, ਬ੍ਰਹਮ ਵਿਦਿਆ ਵਿਸ਼ਾ ਹੈ। ਬ੍ਰਹਮ ਵਿਦਿਆ ਤੁਹਾਨੂੰ ਪੜ੍ਹਾਈ ਨਹੀਂ, ਦੁਬਾਰਾ ਪੜ੍ਹੋ ਇਹਨੂੰ। ਬ੍ਰਹਮ ਵਿਦਿਆ ਨੂੰ ਦੁਬਾਰਾ ਪੜ੍ਹੋ, ਫਿਰ ਪਤਾ ਲੱਗੂ ਬਾਣੀ ਕੀ ਕਹਿੰਦੀ ਹੈ। ਪਾੜ ਹੀ ਪੜੋ ਸਣੀ। ਪੂਛ ਲੈ ਨਾਮਾ ਕੋਈ ਹੋਰ ਹੈ ਜਿਹੜਾ ਭਰਮ ਗਿਆਨ 'ਚ ਫਸਿਆ ਹੋਇਆ, ਉਹ ਨਾਮਦੇਵ ਨੂੰ ਪੁੱਛਦਾ ਵੀ ਤੈਨੂੰ ਇਹ ਗਿਆਨ ਕਿੱਥੋਂ ਮਿਲ ਗਿਆ। ਕਾਪੈ ਛਾਣ ਛਵਾਈ ਹੋ, ਤੇਰੀ ਦੁਬਾਰਾ ਛੰਨ ਕਿਵੇਂ ਬੰਨੀ ਗਈ, ਤੇਰੇ ਮਨ ਨਾਲ ਚਿੱਤ ਕਿਵੇਂ ਇਕੱਠੇ ਹੋ ਗਏ ਦੋਏ। ਛੰਨ ਦੇ ਹੁੰਦੇ ਨੇ ਦੋ ਪੱਲੇ, ਛੰਨ ਦੇ ਦੋ ਪੱਲੇ ਹੁੰਦੇ ਨੇ। ਜੇ ਦੋ ਪੱਲੇ ਇਕੱਠੇ ਨਾ ਹੋਣ ਛੰਨ ਨਹੀਂ ਬਣਦੀ। ਇਹ ਚਿੱਤਾਂ ਨੂੰ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ, ਪੱਲੇ ਦੋਏ ਇਕੱਠੇ ਨਹੀਂ ਹੁੰਦੇ, ਛੰਨ ਬਣਦੀ ਹੋਈ ਨਹੀਂ। ਇਹ ਦੋਏ ਪੱਲੇ ਇਕੱਠੇ ਕਰਨੇ ਨੇ। ਜੇ ਤਾਂ ਹੋ ਜਾਣ ਐਂ ਇਕੱਠੇ ਫਿਰ ਤਾਂ ਬਣ ਗਈ ਛੰਨ। ਜੇ ਹੋ ਜਾਣ ਐਂ ਇਕੱਠੇ ਫਿਰ ਪੈ ਗਿਆ ਅੰਮ੍ਰਿਤ, ਫਿਰ ਹੋ ਗਿਆ ਸਰੋਵਰ। ਉਹੀ ਸਰੋਵਰ ਹੈ, ਉਹੀ ਛੰਨ ਹੈ। ਜੇ ਕੋਈ ਬੜਾ ਸਾਰਾ ਆਪਣੇ ਕੋਲ ਕੜਾਹਾ ਹੋਵੇ, ਜੇ ਤਾਂ ਉਹਨੂੰ ਐਂ ਰੱਖ ਦਈਏ ਤਾਂ ਮੀਂਹ ਦਾ ਪਾਣੀ ਭਰ ਜੂ ਸਾਰਾ ਉਹ 'ਚ। ਜੇ ਐਂ ਰੱਖ ਦਈਏ ਉੱਚਾ ਕਰਕੇ ਤਾਂ ਥੱਲੇ ਬਹਿ ਜਾਓ, ਤੁਹਾਡੇ 'ਤੇ ਮੀਂਹ ਨਹੀਂ ਪੈਂਦਾ, ਨਾ ਉਹਦੇ ਵਿੱਚ ਪਵੇ ਪਾਣੀ, ਨਾ ਤੁਹਾਡੇ 'ਤੇ ਪਵੇ, ਉਸੇ ਨੇ ਛੰਨ ਬਣ ਜਾਣਾ। ਬਸ ਆਹੀ ਗੱਲ ਹੈ ਸਮਝਣ ਵਾਲੀ। ਉਹੀ ਬਣ ਜਾਂਦਾ ਪਲਟ ਕੇ। ਇਹ ਛੰਨ ਐਂ ਬਣੀ ਆ, ਉਹ ਜਿਹੜਾ ਸੀ ਨਾ ਉਹਨੂੰ ਐਂ ਸੀ, ਉਹਨੂੰ ਐਂ ਕਰਤਾ ਸਰੋਵਰ ਨੂੰ, ਛੰਨ ਹੋ ਗਈ। ਕਾ ਪਹਿਚਾਨ ਛਵਾਈ ਹੋ, ਛਵਾਈ ਹੋ। ਸਰੋਵਰ ਹੈ, ਦੀਵਾਰਾਂ ਨੇ ਉਹਦੀਆਂ, ਠੀਕ ਹੈ ਨਹੀਂ, ਥੱਲੇ ਫਰਸ਼ ਵੀ ਹੈ। ਜੇ ਉਹਨੂੰ ਪੁੱਠਾ ਕਰ ਦਈਏ ਲੈਂਟਰ ਹੋ ਗਿਆ, ਦੀਵਾਰਾਂ ਹੋ ਗਈਆਂ, ਮਕਾਨ ਬਣ ਗਿਆ ਉਹਦਾ ਹੀ। ਉਹ ਪੁੱਠਾ ਹੀ ਕਰਨਾ, ਉਹਦਾ ਉਤਲਾ ਛੱਤ ਹੋ ਗਈ, ਦੀਵਾਰਾਂ ਹੈਗੀਆਂ ਚਾਰੇ ਪਾਸੇ, ਉਹ ਮਕਾਨ ਬਣ ਗਿਆ। ਇਹੋ ਜਿਹੀਆਂ ਗੱਲਾਂ ਨੇ ਇਹਦੇ ਵਿੱਚ ਲਿਖੀਆਂ ਹੋਈਆਂ। ਇਹ ਬੁੱਝਣ ਵਾਲੀ ਬੁੱਧੀ ਚਾਹੀਦੀ ਹੈ ਇਹਦੇ 'ਚ, ਇਹਦਾ ਬੁੱਝਣ ਵਾਲੀ ਬੁੱਧੀ ਚਾਹੀਦੀ ਹੈ। ਹਾਂਜੀ। ਤੋ ਪਹਿ ਦੁਗਣੀ ਮਜੂਰੀ ਦੇ ਹੂੰ, ਮੋਕੋ ਬੇਡੀ ਦੇਹੁ ਬਤਾਈ ਹੋ। ਤਾਂ ਜਿਹੜਾ ਕੁਛ ਉਹਨੂੰ ਗੁਰੂ ਨੂੰ ਆਪਣਾ ਧਾਰਨ ਕੀਤਾ ਨਾ, ਗੁਰੂ ਜਿਹੜਾ ਤੈਂ ਬਣਾਇਆ, ਜੀ ਤੋਂ ਤਾਂ ਗਿਆਨ ਲਿਆ, ਬੇਡੀ ਉਹ ਹੈ ਜਿਹਨੇ ਤੈਨੂੰ ਜੋੜਿਆ, ਜਿਹਨੇ ਛੰਨ ਤੇਰੇ ਗੁਰੂ ਮਨ ਚਿੱਤ ਇਕੱਠੇ ਕੀਤੇ ਨੇ। ਬੇਡੀ ਹੁੰਦਾ ਤੇਰੇ ਮਨ ਚਿੱਤ ਜਿਹਨੇ ਇਕੱਠੇ ਕੀਤੇ ਨੇ, ਤੈਨੂੰ ਜਿਹਨੇ ਗਿਆਨ ਦਿੱਤਾ, ਤੈਨੂੰ ਜਿਹਨੇ ਉਪਦੇਸ਼ ਦਿੱਤਾ, ਬੇਡੀ ਹੈ ਜਿਹੜਾ ਜਿਹਨੇ ਬੰਨਿਆ, ਤੈਨੂੰ ਜੋੜਿਆ। ਦੁੱਗਣੀ ਮਜੂਰੀ ਦੇ ਹੂੰ, ਤੇਰੇ ਨਾਲ ਦੁੱਗਣੀ ਮਜੂਰੀ ਦੇ ਦੂੰ, ਮੈਨੂੰ ਉਹ ਦੱਸ ਦੇ, ਬੰਦਾ ਦੱਸ ਦੇ। ਮੋਕੋ ਬੇਡੀ ਦੇਹੁ ਬਤਾਈ ਹੋ, ਮੈਂ ਵੀ ਉਹਨੂੰ ਗੁਰੂ ਬਣਾ ਲਾ, ਮੈਨੂੰ ਬੇਡੀ ਦੱਸ ਦੇ ਕੌਣ।
ਰੀ ਬਾਈ ਬੇਡੀ ਦੇਣ ਨਾ ਜਾਈ। ਉਹ ਅੱਗੋਂ ਨਾਮਦੇਵ ਕਹਿੰਦਾ ਬੇਟੀ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ, ਤੂੰ ਤਾਂ ਜੋ ਹੰਕਾਰ 'ਚ ਬੋਲਦਾ, ਦੁੱਗਣੀ ਇਹਦਾ ਹੰਕਾਰ ਦੇ ਵਿੱਚ ਆ, ਤੂੰ ਕੀ ਦੇ ਦੇਣਾ ਉਹਨੂੰ। ਉਹ ਬੇਟੀ ਦਾ ਹੀ ਸਭ ਕੁਛ ਹੈ, ਤੇਰਾ ਦਿਆ ਤੁਝੇ ਕਿਆ ਅਰਪੂ, ਤੂੰ ਤਾਂ ਉਹਦਾ ਹੀ ਦਿੱਤਾ ਉਹਨੂੰ ਦੇ ਰਿਹਾ, ਤੈਨੂੰ ਤਾਂ ਅਕਲ ਹੀ ਨਹੀਂ ਹੈ। ਇਹ ਤੋਂ ਪਤਾ ਲੱਗਦਾ ਪੜੋਸਣੀ ਸੀ, ਮਾਇਆ ਤੇ ਵਿੱਚ ਲਿਪਤ ਸੀ, ਉਹ ਬੋਲਦੀ ਕਿੱਥੇ ਹੈ, ਦੁੱਗਣੀ ਮਜ਼ਦੂਰੀ ਦਾ ਹੁਣ ਹੰਕਾਰ 'ਚ ਬੋਲਦੀ ਹੈ। ਉਹ ਮੁੱਲ ਗੁਣ ਮੁੱਲ ਵਪਾਰ ਵਾਲੀ ਭਾਸ਼ਾ ਨਹੀਂ ਸਮਝਦੀ, ਤਾਂ ਹੀ ਨਾਨਕ ਨੇ ਕਿਹਾ ਮੁੱਲ ਗੁਣ ਮੁੱਲ ਵਪਾਰ ਕਿਹੋ, ਇਹਨੂੰ ਮੰਨ ਕੇ ਚੱਲਿਓ, ਇਹ ਨਹੀਂ ਮੁੱਲ ਮਿਲਦਾ ਹੈ। ਉਹਦਾ ਦੁੱਗਣੀ ਮਜ਼ਦੂਰੀ ਦੇਣ ਨੂੰ ਤਿਆਰ ਹੈ। ਰੀ ਬਾਈ ਬੇਡੀ ਦੇਣ ਨਾ ਜਾਈ। ਉਹ ਕਹਿੰਦਾ ਬੇਟੀ ਦੀ ਮਜ਼ਦੂਰੀ ਨਹੀਂ ਦਿੱਤੀ ਜਾ ਸਕਦੀ, ਇਹ ਬੇਟੀ ਦਾ ਦੇਣ ਕੀ ਦੇ ਦੇਣਾ, ਪਹਿਲਾਂ ਤਾਂ ਸਰੀਰ ਉਹਨੇ ਦਿੱਤਾ ਤੈਨੂੰ, ਦੱਸ ਇਹ ਵੀ ਦੇ ਦੇ, ਪਹਿਲਾਂ ਤਾਂ ਉਹ ਦੇ ਦੇ, ਉਹਦਾ ਮੋੜ ਦੇ, ਉਹਦਾ ਹੀ ਮੋੜ ਦੇ, ਫੇਰ ਦੇ ਦੀ ਬਾਕੀ ਕੁਛ, ਬਾਕੀ ਤਾਂ ਬਾਅਦ ਦੇ ਨਹੀਂ, ਪਹਿਲਾਂ ਉਹਦਾ ਸਰੀਰ ਹੈ ਜਿਹੜਾ ਉਹ ਮੋੜ ਉਹਨੂੰ। ਜੇ ਸਰੀਰ ਦੇ ਤਾਂ ਫਿਰ ਲੈਣ ਨੂੰ ਕੀ ਰਹਿ ਗਿਆ, ਕਾਹਦੇ ਵਾਸਤੇ ਲੈਣਾ, ਫਿਰ ਜਨਮ ਤਾਂ ਗਿਆ, ਜਨਮ ਦੇ ਨਾਲ ਤਾਂ ਗਿਆਨ ਲੈਣਾ। ਬੇਟੀ ਦੇਣ ਨਾ ਜਾਈ, ਬੇਟੀ ਦਾ ਦੇਣਾ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ, ਜੇ ਦੇ ਦਿੱਤਾ ਫਿਰ ਬਾਕੀ ਤੇਰੇ ਕੋਲ ਕੀ ਬਚ ਗਿਆ। ਦੇਖ ਬੇਡੀ ਰਹਿਓ ਸਮਾਈ। ਦੇਖ ਬੇਟੀ ਤਾਂ ਤੇਰੇ ਅੰਦਰ ਸਮਾਇਆ ਹੋਇਆ, ਉਹ ਜਿਹੜੀ ਚਾਨਣ ਹੈ ਤੇਰਾ ਧੁੱਪ ਹੈ, ਧੁੱਪ ਬੋਲਦੀ ਆ ਬੇਟੀ ਦਾ ਦੇਣ ਦੇ ਦੂੰ, ਉਹ ਬੇਟੀ ਦਾ ਸੂਰਜ ਹੈ, ਤੂੰ ਇਹਦਾ ਕੀ ਦੇਣ ਦੇ ਦੇਂਗੀ, ਤੈਨੂੰ ਤਾਂ ਪੈਦਾ ਹੀ ਇਹਨੇ ਕੀਤਾ ਹੋਇਆ। ਜੇ ਉਹਨੂੰ ਪਤਾ ਹੁੰਦਾ ਮੈਂ ਸੂਰਜ ਤੋਂ ਪੈਦਾ ਹੋਈ ਹਾਂ, ਧੁੱਪ ਕਹਿੰਦੀ ਬੇਟੀ ਮੈਂ ਦੇ ਦੂੰ ਕੁਛ, ਇਹੋ ਜਿਹੀ ਅਕਲ ਹੈ ਭਰਮ ਗਿਆਨੀਆਂ ਕੋਲ ਹੁੰਦੀ, ਇਹੋ ਜਿਹੀ ਅਕਲ ਵਾਲੇ ਗੁਰਦੁਆਰੇ ਜਾ ਕੇ ਅਰਦਾਸਾਂ ਕਰਾਉਂਦੇ ਨੇ, ਇਹੋ ਜਿਹੀ ਅਕਲ ਵਾਲੇ ਅਰਦਾਸਾਂ ਕਰਦੇ ਨੇ, ਇਹੋ ਜਿਹੀਆਂ ਅਰਦਾਸਾਂ ਵਾਲੇ ਉਹ ਕਹਿੰਦੇ ਨੇ ਆਹ ਤੁਸੀਂ ਇੰਨਾ ਉਹ ਸੁੱਖ ਲਓ, ਆਹ ਤੁਹਾਡਾ ਕੰਮ ਹੋ ਜੂ, ਐ ਖੜੇ ਇੱਥੇ ਖੜੇ ਨੇ ਸਾਰੇ। ਉਹ ਜਿਹਦਾ ਤਾਂ ਦਿੱਤਾ ਹੋਇਆ ਉਸ ਨੂੰ ਦੇਖ ਕੇ ਕਹਿੰਦੇ ਨੇ ਹੋਰ ਦੇ ਦੇ ਸਾਨੂੰ, ਉਹ ਤਾਂ ਉਹਦਾ ਹੀ ਹੈ, ਪਹਿਲਾਂ ਹੀ ਉਹਦਾ। ਇਹ ਬਹੁਤ ਸਿਆਣਪ ਜਮਕਾ ਭਾਉ ਵਿਆਪਾ, ਬਹੁਤ ਸਿਆਣਪ ਜ਼ਿਆਦਾ ਲੋਕਾਂ ਨੂੰ ਹੋਈ ਹੋਈ। ਪੈ ਕਾਹਦਾ ਜਮਕਾ, ਤਾਂ ਹੀ ਤਾਂ ਕਹਿੰਦੇ ਆਹ ਨਾ ਹੋ ਜਾ ਨੁਕਸਾਨ, ਉਹ ਨਾ ਹੋ ਜਾਏ, ਉਹ ਨਾ ਹੋ ਜਾਏ, ਉਹ ਨਾ ਹੋ ਜਾਏ। ਇਹ ਐਸ ਅਕਲ ਦੇ ਵਿੱਚ ਭੈ ਵਿਆਪਦਾ। ਇਹ ਜਿਹੜੀ ਅਕਲ ਹੈ ਸੰਸਾਰੀ, ਇਹ ਭੈ ਪੈਦਾ ਕਰਨ ਵਾਲੀ ਅਕਲ ਹੈ, ਆਪਣਾ ਮੰਨ ਲਿਆ ਨਾ ਸਭ ਕੁਛ। ਅਨਕ ਯਤਨ ਕਰ ਤ੍ਰਿਸ਼ਨਾ ਨਹੀਂ ਤਰਾਪੈ, ਬੜੀਆਂ ਬੜੀਆਂ ਸੁੱਖਾਂ ਸੁਖਦੇ ਨੇ, ਬੜੀ ਬੜੀ ਮਾਲਾ ਫਿਰਦੇ ਨੇ, ਬੜੇ ਬੜੇ ਪੁੰਨਦਾਨ ਕਰਦੇ ਨੇ, ਤ੍ਰਿਸ਼ਨਾ ਸ਼ਾਂਤ ਨਹੀਂ ਹੋ ਰਹੀ। ਅਨਕ ਯਤਨ ਕਰ ਤ੍ਰਿਸ਼ਨਾ ਨਹੀਂ ਤਰਾਪੈ, ਅਨਕ ਯਤਨ ਕਰਨ ਦੇ ਬਾਵਜੂਦ ਤ੍ਰਿਸ਼ਨਾ ਸ਼ਾਂਤ ਨਹੀਂ ਹੋ ਰਹੀ। ਤੇ ਤ੍ਰਿਸ਼ਨਾ ਦੀ ਤਾਂ ਛੰਨ ਸੀ ਨਾ, ਉਹ ਕਹਿੰਦੇ ਸ਼ਾਂਤ ਨਹੀਂ ਆਉਣੀ, ਇਹਨੂੰ ਉਡਾ ਦੀਏ, ਕਬੀਰ ਨੇ ਉਡਾ ਕੇ ਹੀ ਰੱਖਦੀ ਤ੍ਰਿਸ਼ਨਾ। ਸ਼ਾਂਤ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ, ਪਤਾ ਲੱਗਾ ਦੁਰਮਤ ਦੀ ਉਹ ਤ੍ਰਿਸ਼ਨਾ ਸੀ। ਉਹ ਜਿਹੜਾ ਕਹਿੰਦਾ ਬੇਟੀ ਨੂੰ ਮਜ਼ਦੂਰੀ ਦੇ ਦੂੰ, ਇਹੀ ਤਾਂ ਦੁਰਮਤ ਹੈ। ਉਹ ਦੁੱਗਣੀ ਮਜ਼ਦੂਰੀ ਵਾਲੀ ਤਾਂ ਦੁਰਮਤ ਬੋਲ ਰਹੀ ਸੀ ਉਹ 'ਚ, ਉਹਦੀ ਕਹਿੰਦੇ ਦੁੱਗਣੀ ਮਜ਼ਦੂਰੀ ਦਊਂ, ਕੌਣ ਬੋਲ ਰਿਹਾ ਸੀ, ਦੁਰਮਤ ਬੋਲ ਰਹੀ ਸੀ। ਉਹ ਤਾਂ ਦੁਰਮਤ ਹੀ ਬੋਲ ਰਹੀ ਸੀ। ਉਹਨੂੰ ਪੁੱਛਿਆ ਦੁਰਮਤ ਤੇਰੀ ਤਾਂ ਮੌਤ ਹੈ, ਤੂੰ ਰਿਸ਼ਵਤ ਦੇ ਰਹੀ ਹੈ, ਲਿਹਾਜ਼ ਕੋਈ ਨਹੀਂ ਹੈਗੀ। ਉਹ ਕਹਿੰਦੇ ਬੇਟੀ ਦੇਣ ਨਾ ਜਾਈ, ਰਿਸ਼ਵਤ ਨਾਲ ਛੁੱਟਦਾ ਨਹੀਂ, ਇਹ ਤੋਸਾ ਨਹੀਂ ਕੰਮ ਆਉਣਾ। ਹੁਣ ਕੋਟ ਨਾ ਓਟ ਨਾ ਛੋਟ ਨਾ ਤੋਸਾ, ਕੋਟ ਕੋਈ ਕਲਾ ਨਹੀਂ ਕੰਮ ਆਉਣਾ, ਕੋਟ ਦੀ ਓਟ ਨਹੀਂ ਕੰਮ ਆਉਣੀ, ਕੋਟ ਨਾ ਓਟ ਨਾ ਛੋਟ, ਹੁਣ ਛੋਟ ਵੀ ਨਹੀਂ ਕੋਈ, ਨਾ ਤੋਸਾ ਨਾ ਖਜ਼ਾਨਾ ਕੰਮ ਆਉਣਾ, ਦੁੱਗਣੀ ਮਜ਼ਦੂਰੀ ਦੇ ਦੂੰ ਨਾ ਤੋਸਾ। ਕਰਤ ਬਕਾਰ ਦੋਹੂੰ ਹੱਥ ਝਾੜੋ, ਦੋਏ ਹੱਥ ਝਾੜ ਕੇ ਬਕਾਰ ਕਰਨ ਲੱਗਿਆ ਹੈ।
ਹੁਣ ਕਹਿੰਦਾ ਮੈਂ ਮਜ਼ਦੂਰੀ ਦੁੱਗਣੀ ਦੇ ਦੂੰ। ਇਹ ਸੀ ਦੁਰਮਤ। ਦੁਰਮਤ ਛਾਨ ਪਰੀ ਧਰ ਉੱਪਰ, ਇਹਨੂੰ ਧਰਾਸ਼ਾਹੀ ਕਰਨਾ ਦੁਰਮਤ ਨੂੰ। ਧਰਾਸ਼ਾਹੀ ਕਰਤੀ ਭਗਤਾਂ ਨੇ ਦੁਰਮਤ, ਲੇਕਿਨ ਇਹ ਬਚਾਈ ਬੈਠੇ ਨੇ ਦੁਰਮਤ ਗੁਰਦੁਆਰਿਆਂ 'ਚ। ਦੁਰਮਤ ਦੀ ਰਖਵਾਲੀ ਕਰ ਰਹੇ ਨੇ। ਦੁਰਮਤ ਦੀ ਰਖਵਾਲੀ ਕਰ ਰਿਹਾ ਸੀ ਸ੍ਰੀ ਚੰਦ। ਗੁਰਮਤ ਗੁਰੂ ਘਰ ਤ੍ਰਿਸ਼ਨਾ ਦੀ ਛੰਨ ਨੂੰ ਉਡਾ ਰਹੇ ਸੀ, ਇਹਦਾ ਬਚਾਓ ਕਰ ਰਹੇ ਸੀ। ਇੱਕ ਪਾਸੇ ਬਚਾਓ ਕਰਨ ਵਾਲੇ ਨੇ ਦੁਰਮਤ ਵਾਲੇ, ਇੱਕ ਪਾਸੇ ਉਡਾਉਣ ਵਾਲੇ ਨੇ ਗਿਆਨ ਕੀ ਆਂਦੀ ਨਾਲ। ਕਬੀਰ ਤਾਂ ਗਿਆਨ ਕੀ ਆਂਦੀ ਨਾਲ ਉਡਾਉਣ ਵਾਲਾ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਗੁਰੂ ਘਰ ਜੋ ਗਿਆਨ ਕੀ ਆਂਦੀ ਚੱਲਦੀ ਹੈ, ਦੂਏ ਪਾਸੇ ਭਰਮ ਗਿਆਨੀ ਉਹਨੂੰ ਸਾਂਭ ਰਹੇ ਨੇ ਵੀ ਨਾ ਇਹਨੂੰ ਬਚਾਓ। ਦੁਰਮਤ ਨੂੰ ਬਚਾਉਣ ਵਾਸਤੇ ਸੈਂਟਰ ਨੇ। ਹੁਣ ਵੀ ਦੁਰਮਤ ਨੂੰ ਬਚਾਉਣ ਵਾਸਤੇ ਹੀ ਹੈ ਗੁਰਦੁਆਰੇ ਨੇ। ਸਾਰਿਆਂ ਨੂੰ ਜਿਹੜਾ ਸੈਂਟਰ ਹੈ ਵੱਡਾ ਅੰਮ੍ਰਿਤਸਰ, ਇਹ ਸਭ ਤੋਂ ਸ਼੍ਰੋਮਣੀ ਸੀ ਦੁਰਮਤ ਦਾ ਸੈਂਟਰ। ਇਹ ਜਿਹੜੀ ਹੈ ਦੁਰਮਤ ਨੂੰ ਬਚਾਉਣ, ਹੁਣ ਵੀ ਸੈਂਟਰ ਸ਼੍ਰੋਮਣੀ ਹੈ। ਤਾਂ ਹੀ ਨੌਵੇਂ ਪਾਤਸ਼ਾਹ ਨੂੰ ਨਹੀਂ ਬਣਨ ਦਿੱਤਾ ਵੀ ਇਹ ਤਾਂ ਗਿਆਨ ਗਿਆਨ ਦੀ ਚਲਾ ਕੇ ਸਾਡਾ ਪੱਠਾ ਪਠਾਲ ਦੂ। ਉਹ ਨੌਵੇਂ ਪਾਤਸ਼ਾਹ ਨੂੰ ਤਾਂ ਹੀ ਉਹ ਤੋਂ ਦੁਰਮਤ ਦੀ ਹਵਾ ਆਉਂਦੀ ਸੀ ਨਾ, ਗੁਰਮਤ ਦੀ ਹਵਾ ਪੱਠਾ ਪਠਾਲ ਦੂ ਇਹ ਸਾਡਾ ਇੱਥੇ। ਉਹਦਾ ਪੱਠਾ ਪਠਾਲ ਦਿੰਦਾ। ਜਦ ਪੱਠਾ ਬੈਠਣ ਲੱਗਿਆ, ਆ ਗਿਆ, ਦਸਮ ਪਾਤਸ਼ਾਹ ਨੇ ਭੇਜਤਾ ਮਨੀ ਸਿੰਘ ਨੂੰ। ਪੱਠਾ ਬੈਠਣ ਲੱਗਾ, ਜਦੇ ਜਲ ਕੇ ਪੀਣੇ, ਜਦੇ ਹੀ ਸ਼ੁਰੂ ਹੋ ਗਿਆ ਉਹਦੇ ਖਿਲਾਫ ਸਾਜ਼ਿਸ਼ਾਂ। ਇਹ ਗੱਲਾਂ ਲੁਕੋਈਆਂ ਹੋਈਆਂ ਨੇ, ਸਾਨੂੰ ਤਾਂ ਪਤਾ ਹੈ। ਸੱਚ ਲੁਕੋਇਆ ਹੋਇਆ ਇਹਨਾਂ ਨੇ। ਸੱਚ ਨੂੰ ਲੁਕਾਉਣਾ ਹੀ ਇਹਨਾਂ ਦਾ ਧਰਮ ਹੈ। ਸੱਚ ਤੇ ਪਰਦੇ ਪਾਉਣਾ ਹੀ ਧਰਮ ਹੈ ਇਹਨਾਂ ਲੋਕਾਂ ਦਾ। ਗੁਰੂ ਘਰ ਦਾ ਕੰਮ ਹੈ ਸੱਚ ਪ੍ਰਗਟ ਕਰਨਾ। ਇਹ ਸੱਚ ਤੇ ਪਰਦੇ ਪਾਉਂਦੇ ਨੇ, ਉਹ ਪ੍ਰਗਟ ਕਰਦੇ ਨੇ। ਇਹ ਛੰਨ ਬਣਾ ਕੇ ਥੱਲੇ ਰੱਖਦੇ ਨੇ ਉਹਦੇ। ਕੋਈ ਗੁਰਮਤਿ ਵਾਲਾ ਜਿਹੜਾ ਮੀਂਹ ਹੈ ਨਾ, ਆਂਦੀ ਪਾਛੇ ਜੋ ਜਲ ਵਰਸੈ ਤੇ ਤੇਰਾ ਜਨ ਭੀਨਾ, ਇਹ ਦੁਰਮਤ ਦੀ ਛੰਨ ਤਾਣ ਕੇ ਰੱਖਦੇ ਨੇ ਵੀ ਨਾ ਨਾ ਇਹ ਗੱਲ ਨਹੀਂ ਸੁਣਨੀ ਤੁਸੀਂ ਗਿਆਨ ਦੀ। ਜੇ ਇਹ ਸੁਣ ਲਈ ਤੁਸੀਂ, ਫਿਰ ਤਾਂ ਉਹ ਪੱਟੇ ਗਏ। ਫਿਰ ਤਾਂ ਸਾਰੇ ਬੰਦੇ ਉਹਨਾਂ ਨੂੰ ਛੱਡ ਜਾਣਗੇ। ਪਰਮ ਗਿਆਨ 'ਚ ਫਸਾ ਕੇ ਰੱਖਦੇ ਨੇ ਉਹ। ਗੁਰਮਤਿ ਤੋਂ ਖਿਲਾਫ ਨੇ ਸੈਂਟਰ ਸਾਰੇ। ਇਹ ਹੁਣ ਵੀ ਗੁਰਮਤਿ ਤੋਂ ਖਿਲਾਫ ਨੇ। ਦੇਖਾਂਗੇ ਕਦ ਹੱਕ 'ਚ ਹੁੰਦੇ ਨੇ, ਕਿੰਨਾ ਕੁ ਚਿਰ ਖਿਲਾਫਤ ਕਰਦੇ ਨੇ ਹੁਣ। ਕਿਉਂਕਿ ਹੁਣ ਗਿਆਨ ਦੇ ਕੋਲੇ ਚੱਲਣਗੇ, ਸਭ ਢੇਰੀ ਹੋ ਜਾਣਾ ਇਹਨਾਂ ਦਾ। ਅੱਗੇ ਤਾਂ ਚੱਲਦੀ ਸੀ ਗਿਆਨ ਕੀ ਆਂਦੀ ਚਲਾਈ ਸੀ ਕਬੀਰ ਨੇ, ਸਮਝਿਆ ਨਹੀਂ। ਹੁਣ ਅਸੀਂ ਚਲਾ ਦੇਣੀ ਹੈ ਤੋਪ। ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕੋ ਚੋੜ ਸਜਾਇਆ। ਇੱਕ ਚੋੜਾ ਢੇਰੀ ਹੋ ਜੂ ਸਭ ਕੁਛ ਇਹਨਾਂ ਦਾ। ਢੇਰੀ ਤਾਂ ਹੋਇਆ ਹੀ ਪਿਆ, ਇੱਟਾਂ ਹੀ ਚੁੱਕਦੇ ਨੇ। ਹੁਣ ਤਾਂ ਇਕੱਠਾ ਕਰਦੇ ਨੇ ਸਮਾਨ ਜਿਹਾ। ਢਹਿ ਤਾਂ ਢੇਰੀ ਹੋਇਆ ਹੀ ਪਿਆ। ਹੁਣ ਤਾਂ ਦੇਖਦੇ ਨੇ ਵੀ ਕਿਵੇਂ ਦੁਬਾਰਾ ਕੋ ਬਣਾ ਕੇ ਬਦਲਾਅ ਬਦਲੂ ਕੇ ਉਹੋ ਜਿਹਾ ਹੀ ਬਣ ਜਾਈਏ ਅਸੀਂ। ਹੁਣ ਨਹੀਂ ਬਣਨਾ ਇਹਨਾਂ 'ਤੇ। ਬਹੁਤ ਕੁਛ ਇਹ ਬੋਲ ਚੁੱਕੇ ਨੇ ਪਹਿਲਾਂ, ਉਹਦੇ ਖਿਲਾਫ ਬੋਲਣ। ਹੁਣ ਜਾਂ ਤਾਂ ਹੱਥ ਖੜੇ ਕਰਕੇ ਆ ਜਾਣ, ਬੋਲੋ ਵੀ ਅਸੀਂ ਉਲਟੇ ਰਾਹ ਜਾਂਦੇ ਸੀ ਮੰਨ ਕੇ ਆ ਜਾਣ। ਇਹ ਤਾਂ ਆ ਬਈ ਮੂੰਹ ਕਾਲੇ ਕਰਕੇ ਆ ਜਾਣ ਗੁਰੂ ਦੇ ਸਾਹਮਣੇ, ਗਲਤੀ ਮੰਨ ਲੈਣ। ਨਹੀਂ ਰਾਹ ਕੋਈ ਨਹੀਂ ਹੈ ਬਚਣ ਨੂੰ। ਬਚਣ ਨੂੰ ਰਸਤਾ ਹੀ ਕੋਈ ਨਹੀਂ ਇਹਨਾਂ ਕੋਲ। ਹਾਂਜੀ। ਹਮਾਰਾ ਬੇਡੀ ਪ੍ਰਾਣ ਆਧਾਰਾ। ਬੇਡੀ ਕੌਣ ਹੈ? ਹਮਾਰਾ ਜਿਹੜਾ ਬੇਡੀ ਹੈ ਨਾ, ਕਬੀਰ ਕਹਿੰਦਾ ਤੁਮਰਾ ਕੋਈ ਹੋਰ ਹੋਊ ਛੰਨ ਬਾਹਰ ਬੰਨਣ ਵਾਲਾ। ਤੇ ਕਹੋ ਹਮਰਾ ਬੇਡੀ ਪ੍ਰਾਣ ਆਧਾਰਾ। ਸਾਡਾ ਬੇਡੀ ਹੈ, ਤੁਹਾਡਾ ਸੰਸਾਰੀਆਂ ਦਾ ਬੇਡੀ ਕੋਈ ਹੋਰ ਹੋਊਗਾ। ਇਹ ਸੰਸਾਰੀਆਂ ਦੇ ਬੇਡੀ ਵੱਲ ਕਿਵੇਂ ਲੈ ਗਏ? ਹਮਰਾ ਲਫ਼ਜ਼ ਕਿੱਥੇ ਗਿਆ? ਹਮਰਾ ਸ਼ਬਦ ਕਿੱਥੇ ਖਾ ਗਏ ਪੰਡਤ? ਇਹ ਕਿੱਥੇ ਖਾ ਗਏ ਸਾਰੇ ਹੀ ਪ੍ਰਚਾਰ ਕਰਨ ਵਾਲੇ ਹਮਰਾ ਲਫ਼ਜ਼?
ਉਹ ਸਾਹਿਬ ਸਿਓ ਕਿੱਥੇ ਖਾ ਗਿਆ ਨਾ ਸੀ ਸਾਹਿਬ ਸਿਓ ਬਾਹਮਣ ਸੀ ਕੱਟੜ ਸਾਹਿਬ ਸਿੰਘ ਰਲਿਆ ਹੋਇਆ ਉਹਨਾਂ ਨੂੰ ਬੇਈਮਾਨ ਪੱਕਾ ਮੋਹਰ ਲਾਈ ਇਹਦੇ ਤੇ ਬਾਹਮਣ ਵਾਲੀ ਟੀਕੇ ਤੇ ਔਰ ਰੌਲਾ ਪਾਇਆ ਇਹਨਾਂ ਨੇ ਕਿਉਂ ਰੌਲਾ ਪਾਇਆ ਇਹ ਹੌਲੀ ਹੌਲੀ ਆਉਂਦੀ ਹੈ ਉੱਥੇ ਨੂੰ ਗੱਲ ਇਹਨਾਂ ਦੀਆਂ ਜਿਹੜੀਆਂ ਕੁਰਸੀਨਾਮੇ ਕਢਾ ਲੈਣੇ ਨੇ ਅਸੀਂ ਸਾਬਤ ਕਰ ਦੇਣਾ ਵੀ ਜਿਹੜੇ ਉਜਾਲੇ ਤੇ ਨਾ ਖੂਹ ਭਰੇ ਤੇ ਮਸੰਦਾ ਦੇ ਉਹਨਾਂ ਦਾ ਖਾਨਦਾਨ ਕੋ ਉੱਥੇ ਉਸ ਇਲਾਕੇ ਦੇ ਨੇ ਸਾਰੇ ਸਬੂਤ ਨੇ ਨਹੀਂ ਇਹ ਆਪਣਾ ਕੁਰਸੀਨਾਮੇ ਦੇਣ ਸਾਨੂੰ ਕਿੱਥੋਂ ਆਏ ਤੁਸੀਂ ਕੁਰਸੀਨਾਮੇ ਜੋ ਸਾਬਤ ਹੋ ਜਾਣਗੇ 300 ਸਾਲ ਦੀ ਤਾਂ ਗੱਲ ਹੀ ਕੁਛ ਨਹੀਂ ਲੋਕ ਕਈ ਹਜ਼ਾਰ ਸਾਲ ਦੇ ਰੱਖੀ ਬੈਠੇ ਰਿਕਾਰਡ ਹਾਂਜੀ ਹਮਾਰੇ ਬੇਡੀ ਪ੍ਰਾਣ ਆਧਾਰਾ ਹਮਾਰੇ ਬੇਡੀ ਜਿਹੜਾ ਸਾਡੇ ਦਾ ਪ੍ਰਾਣ ਆਧਾਰ ਹੈ ਜਿਹਦੀ ਵਜ੍ਹਾ ਨਾਲ ਪ੍ਰਾਣ ਚੱਲਦੇ ਨੇ ਬੇਡੀ ਤਾਂ ਉਹ ਹੈ ਸਾਡਾ ਬੇਡੀ ਕੌਣ ਹੈ ਜਿਹਨੇ ਆਤਮਾ ਔਰ ਸਰੀਰ ਨੂੰ ਜੋੜ ਕੇ ਰੱਖਿਆ ਹੋਇਆ ਉਹ ਦੋਏ ਜੁੜੇ ਨਹੀਂ ਹੋਏ ਸਰੀਰ ਨਾਲ ਆਤਮਾ ਕਿਹਨੇ ਜੋੜ ਕੇ ਰੱਖੀ ਉਹੀ ਤਾਂ ਬੇਟੀ ਹੈ ਬੇਟੀ ਹੁੰਦਾ ਦੋ ਨੂੰ ਜੋੜਨ ਵਾਲਾ ਉਹ ਪ੍ਰਾਣ ਆਧਾਰ ਹੈ ਸਰੀਰ ਨਾਲ ਜੋੜੇ ਨੇ ਹੁਣ ਸਰੀਰ ਨਾਲੋਂ ਸੁਰਤ ਮਾਇਆ ਨਾਲ ਸੁਰਤ ਤੋੜ ਕੇ ਸਰੀਰ ਨਾਲ ਤਾਂ ਨਹੀਂ ਤੋੜਨੀ ਸੁਰਤ ਮਾਇਆ ਨਾਲ ਤੋੜਨੀ ਹੁਣ ਸਰੀਰ ਨਾਲ ਨਹੀਂ ਤੋੜਨੀ ਮਾਇਆ ਨਾਲ ਤੋੜਨੀ ਇਹ ਕਿਵੇਂ ਹੋਊ ਸਰੀਰ ਨਾਲ ਨਹੀਂ ਤੋੜਨੀ ਸਰੀਰ ਦਾ ਕਾਰਨ ਦਿਮਾਗ ਨਹੀਂ ਦਿਲ ਹੈ ਪ੍ਰਾਣ ਆਧਾਰਾ ਦਿਮਾਗ ਨਹੀਂ ਹੈ ਦਿਲ ਹੈ ਜੇ ਦਿਲ ਹੈ ਤਾਂ ਸਰੀਰ ਹੈ ਪ੍ਰਾਣ ਨੇ ਜਿੰਨਾ ਚਿਰ ਦਿਲ ਚੱਲਦਾ ਹੈ ਉਹਨਾਂ ਚਿਰ ਸਰੀਰ ਹੈ ਪ੍ਰਾਣ ਨੇ ਜੇ ਦਿਲ ਬੰਦ ਹੋ ਗਿਆ ਪ੍ਰਾਣ ਨਿਕਲ ਗਏ ਦਿਮਾਗ ਬੰਦ ਹੋਏ ਤਾਂ ਕੁਝ ਨਹੀਂ ਹੁੰਦਾ ਪ੍ਰਾਣਾਂ ਨੂੰ ਕਿਤੇ ਨਹੀਂ ਜਾਂਦੇ ਰੋਜ਼ ਸੌਂਦਾ ਹੀ ਹੈ ਸੌਂ ਕੇ ਫਿਰ ਉੱਠ ਖੜਦਾ ਕੌਮ 'ਚ ਵੀ ਚਲਿਆ ਜਾਵੇ ਤਾਂ ਵੀ ਠੀਕ ਹੋ ਜਾਂਦਾ ਇਹ ਜਿਹੜੇ ਦਸਵੇਂ ਦੁਆਰ ਬਣਾਈ ਬੈਠੇ ਦਿਮਾਗ 'ਚ ਹੁਣ ਇਹਨਾਂ ਦਾ ਦਿਮਾਗ ਠਿਕਾਣੇ ਹੁੰਦਾ ਤਾਂ ਕਾਹਨੂੰ ਬਣਾਉਂਦੇ ਦਿਮਾਗ ਹਿੱਲਿਆ ਹੋਇਆ ਜਿਨ੍ਹਾਂ ਦਾ ਦਿਮਾਗ ਹਿੱਲਿਆ ਹੋਇਆ ਨਾ ਉਹ ਦਿਮਾਗ ਨੂੰ ਸਭ ਕੁਝ ਮੰਨ ਲਿਆ ਉਹਨਾਂ ਨੇ ਦਿਮਾਗ ਨਾਲੇ ਅਰਥ ਕੀਤੇ ਨੇ ਉਹਨਾਂ ਨੇ ਅਰਥ ਹੈ ਦਿਮਾਗ ਦੀ ਉਪਜ ਹੈ ਸਾਰਾ ਹਿੱਲਿਆ ਹੋਇਆ ਨਾ ਦਿਮਾਗ ਠਿਕਾਣੇ ਹਿੱਲਿਆ ਹੋਇਆ ਆਪਣੇ ਮੂਲ ਨਾਲ ਹਿੱਲਿਆ ਹੋਇਆ ਮਨ ਮਾਇਆ ਨਾਲ ਜੁੜਿਆ ਹੋਇਆ ਦਿਮਾਗ ਤਾਂ ਮਾਇਆ 'ਚ ਬੈਠਾ ਜਿਹੜਾ ਦਿਮਾਗ 'ਚ ਬੈਠਾ ਮਾਇਆ 'ਚ ਬੈਠਾ ਉਹ ਹਾਂਜੀ ਰਹਾਓ ਬੇਡੀ ਪ੍ਰੀਤ ਮਜੂਰੀ ਮੰਗੈ ਜੇ ਕੋ ਛਾਣ ਛਵਾਵੈ ਹੋ ਬੇਡੀ ਪ੍ਰੀਤ ਮਜੂਰੀ ਮੰਗਾ ਉਹ ਪ੍ਰੇਮ ਦੀ ਮਜੂਰੀ ਮੰਗਦਾ ਉਹਦਾ ਨਾ ਪ੍ਰੇਮ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਬੇਟੀ ਪ੍ਰਭ ਹੈ ਮਜੂਰੀ ਪ੍ਰੀਤ ਦੀ ਹੈ ਉਹਦੀ ਜੇ ਪ੍ਰੀਤ ਜਿਹਦੇ ਨਾਲ ਕਰੀ ਦੀ ਹੈ ਪਹਿਲਾਂ ਸਭ ਕੁਝ ਛੱਡਿਆ ਹੀ ਦਾ ਪ੍ਰੀਤ ਵਾਲੇ ਨੂੰ ਸਭ ਕੁਝ ਦੇਣ ਦੀ ਲੋੜ ਨਹੀਂ ਹੈ ਜਿਹੜਾ ਪ੍ਰੀਤ ਜਿਹਦੇ ਨਾਲ ਟੁੱਟੀ ਹੋਈ ਹੈ ਜਿਹਦੀ ਵਜ੍ਹਾ ਨਾਲ ਪ੍ਰੀਤ ਟੁੱਟੀ ਹੋਈ ਹੈ ਸਾਡੀ ਜਿਹੜਾ ਪ੍ਰੀਤ ਤੋੜਨ ਦਾ ਕਾਰਨ ਹੈ ਜਿਹਦੇ ਨਾਲ ਪ੍ਰੀਤ ਤੋੜਦਾ ਉਹਦਾ ਦੁਸ਼ਮਣ ਹੁੰਦਾ ਜੇ ਮਾਇਆ ਪ੍ਰੀਤ ਤੋੜਦੀ ਹੈ ਤਾਂ ਫਿਰ ਜਿਹੜਾ ਸਾਡਾ ਬੇਡੀ ਹੈ ਉਹ ਮਾਇਆ ਹੀ ਉਹਦੀ ਦੁਸ਼ਮਣ ਹੈ ਉਹ ਤਾਂ ਪ੍ਰੀਤ ਤੋੜਦੀ ਹੈ ਜਿਹੜਾ ਦੋਹਾਂ ਆਦਮੀ 'ਚ ਦੋ ਆਦਮੀਆਂ 'ਚ ਦੋ ਭਰਾਵਾਂ 'ਚ ਫਰਕ ਪਾਉਣ ਵਾਲਾ ਬੰਦਾ ਹੈ ਚੁਗਲ ਭਾਈ ਨੂੰ ਦੁਸ਼ਮਣ ਬਣਾਤਾ ਤੋੜਤਾ ਪ੍ਰੀਤ ਤੋੜਤੀ ਤੇ ਚੁਗਲ ਕਿਹਦਾ ਮਿੱਤਰ ਹੈ ਮਿੱਤਰ ਕਿਹਦਾ ਚੁਗਲ ਹੋ ਦੋਹਾਂ ਦਾ ਹੀ ਮਿੱਤਰ ਨਹੀਂ ਹੈ ਉਹ ਨਾ ਦਾ ਜਿਹਦੀ ਪ੍ਰੀਤ ਤੋੜੀ ਹੈ ਸਿੱਖਿਆ ਦਾ ਕਿ ਉਹਦਾ ਮਿੱਤਰ ਹੈ ਨਾ ਜਿਹਦੇ ਨਾਲੋਂ ਪ੍ਰੀਤ ਤੋੜੀ ਉਹਦਾ ਮਿੱਤਰ ਹੈ ਉਹ ਤਾਂ ਫਰਕ ਪਾਉਂਦਾ ਦੋਹਾਂ ਭਾਈਆਂ 'ਚ ਮਾਇਆ ਜਿਹੜੀ ਫਰਕ ਪਾਉਂਦੀ ਹੈ ਚਿੱਤਰ ਮਨ ਦੇ ਵਿੱਚ ਦੋਹਾਂ ਦੀ ਉਹ ਦੁਸ਼ਮਣ ਹੈ ਤਾਂ ਨਾਗਣੀ ਕਿਹਾ ਹੋਇਆ ਨਾਗ ਕਿਹਦਾ ਮਿੱਤਰ ਬਾਈ ਇਹਨੂੰ ਤਾਂ ਦੁੱਧ ਪਿਲਾਈਏ ਬਿਖੂ ਸੁੱਟਿਆ ਇਹ ਤਾਂ ਜਾਏ ਆਪਣੇ ਖਾਏ ਵਾਲੀ ਹੈ
ਇਹ ਦੁਰਮਤ ਨੇ ਪ੍ਰੀਤ ਤੋੜੀ ਹੈ। ਦੁਰਮਤ ਦੋਹਾਂ ਦੀ ਦੁਸ਼ਮਣ ਹੈ। ਦੁਰਮਤ ਗੁਰਮਤ ਦੀ ਦੁਸ਼ਮਣ ਹੈ। ਗੁਰਮਤ ਦਾ ਪ੍ਰਚਾਰ ਹੋਣਾ ਸੀ, ਦੁਰਮਤ ਦਾ ਹੋ ਰਿਹਾ ਹੈ। ਜੇ ਦੁਰਮਤ ਦਾ ਹੋਇਆ, ਦੁਸ਼ਮਣ ਘਰ 'ਚ ਬੈਠਾ ਹੈ। ਕਿਹਨੂੰ ਪਾਲਦਾ ਹੈ? ਮੋਹ ਨੂੰ ਕੁਛ ਨਹੀਂ ਕਹਿਣ ਦਿੰਦਾ, ਲੋਭ ਨੂੰ ਕੁਛ ਨਹੀਂ ਕਹਿਣ ਦਿੰਦਾ। ਲੋਭ ਪਾਲਦੇ ਨੇ, ਲੋਭ ਨੂੰ ਘਰੋਂ ਨਹੀਂ ਕੱਢ ਰਹੇ, ਕਿਉਂਕਿ ਦੁਸ਼ਮਣ ਦਾ ਦੁਸ਼ਮਣ ਦੋਸਤ। ਜੇ ਦੁਰਮਤ ਦੁਸ਼ਮਣ ਹੈ ਗੁਰਮਤ ਦੀ, ਉਹਨੇ ਆਪਣੇ ਮਦਦਗਾਰ ਲੋਭ ਮੋਹ ਹੰਕਾਰ ਕਰ ਰੱਖੇ ਨੇ। ਉਹ ਕਹਦੇ ਆਪਣੇ ਸੈਨਾਪਤੀ ਨੂੰ ਛੱਡ ਦੇ। ਦੁਰਮਤ ਦੇ ਸੈਨਾਪਤੀ ਨੇ ਇਹ। ਜਿੰਨਾ ਚਿਰ ਉਹਦੇ ਸੈਨਾਪਤੀ ਮੌਜੂਦ ਨੇ, ਦੁਰਮਤ ਦਾ ਰਾਜ ਕਾਇਮ ਹੈ। ਜਿੱਦਣ ਮੋਹ ਮਰ ਗਿਆ, ਦੁਰਮਤ ਮਰ ਗਈ। ਜਿੱਦਣ ਲੋਭ ਮਰ ਗਿਆ, ਦੁਰਮਤ ਹਰੇਕ ਨਾਲ ਕਮਜ਼ੋਰ ਹੋਊਗੀ। ਇੱਕ ਸੈਨਾਪਤੀ ਜੇ ਮਰ ਜਾਏ, ਕਮਜ਼ੋਰ ਨਹੀਂ ਹੋਊ ਸਾਡਾ ਰਾਜਾ। ਉਹ ਰਾਣੀ ਦਾ ਰਾਜ ਹੈ ਦੁਰਮਤ ਦਾ, ਜਾਂ ਸੈਨਾਪਤੀ 5 ਨੇ, ਜਿੰਨੇ ਮਰ ਗਏ ਉਨੀ ਕਮਜ਼ੋਰ ਹੋ ਗਈ। ਉਹਦੀ ਫੌਜ ਕਮਜ਼ੋਰ ਹੋ ਗਈ। ਉਹ ਨਹੀਂ ਮਰਨ ਦਿੰਦੀ ਲੋਭ ਨੂੰ, ਉਹ ਨਹੀਂ ਮਰਨ ਦਿੰਦੀ ਲੋਭ ਨੂੰ। ਇਹ ਨਹੀਂ ਕੁਛ ਕਹਿਣ ਦਿੰਦੇ ਲੋਭ ਨੂੰ। ਲੋਭ ਉਕਸਾਉਂਦੇ ਨੇ ਲੋਕਾਂ ਦੇ ਅੰਦਰ। ਦੁਰਮਤ ਦਾ ਰਾਜ ਤਾਂ ਰਹੂ ਜੇ ਲੋਕ ਲੋਭੀ ਰਹਿਣਗੇ। ਦੁਰਮਤ ਦਾ ਰਾਜ ਤਾਂ ਰਹੂ ਜੇ ਲੋਕ ਮੋਹ ਦੇ ਵਿੱਚ ਫਸੇ ਰਹਿਣਗੇ। ਔਰ ਇਹੀ ਪ੍ਰਚਾਰ ਕਰਦੇ ਨੇ ਉਹ। ਜਿਹੜੇ ਲੋਕ ਧਰਮ ਦੇ ਐਕਸਪਰਟ ਨੇ, ਉਹਨਾਂ ਨੂੰ ਪਤਾ ਕਿਉਂ ਬਾਟ ਪਾੜੀ ਹੈ। ਇਹਨਾਂ ਲੋਕਾਂ ਨੂੰ ਕੀ ਪਤਾ? ਤਾਂ ਮੂਰਖੰਦ ਕੋਰ ਨੇ। ਪਬਲਿਕ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਬਾਟ ਪਾੜੀ ਹੈ। ਸਾਨੂੰ ਪਤਾ, ਫਿਰ ਇਹ ਸਾਨੂੰ ਪਤਾ ਵੀ ਉਹਨਾਂ ਨੇ ਕਿੱਥੋਂ ਪਾੜੀ ਹੈ। ਇਹ ਉਹਨਾਂ ਨੂੰ ਪਤਾ। ਹੋ ਸਕਦਾ ਇਹਨਾਂ ਨੂੰ ਤਾਂ ਉਲੂਆਂ ਨੂੰ ਪਤਾ ਹੀ ਨਾ ਹੋਵੇ, ਜਿਹੜੇ ਪ੍ਰਚਾਰ ਕਰਦੇ ਨੇ। ਇਹਨਾਂ ਨੂੰ ਤਾਂ ਪਤਾ ਵੀ ਨਾ ਹੋਵੇ। ਇਹ ਤਾਂ ਮੂਰਖ ਨੇ, ਅੰਧਕੋਰ। ਪ੍ਰਚਾਰ ਕਰਨਾ ਤਾਂ ਆਪ ਮੂਰਖ ਅੰਧਕੋਰ ਨੇ। ਉਹਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਕੀ ਹੈ। ਇਹ ਤਾਂ ਚੋਰਾਂ ਦੀਆਂ ਗੱਲਾਂ ਸਾਧਾਂ ਨੇ ਬੁੱਝਣੀਆਂ ਨੇ। ਉਹ ਸਿਪਾ ਸਾਲਾਰ ਨੇ ਸਾਰੇ ਇਹ ਪੰਜੇ। ਇਹ ਦ੍ਰੋਪਤੀ ਹੈ, ਦ੍ਰੋਪਤੀ। ਦੁਰੋਪਤੀ ਭੈੜੇ ਪਤੀਆਂ ਵਾਲੀ ਬਹੁ ਵਚਨ ਹੈ। ਜਿੰਨਾ ਜਿਹੜੇ ਪੰਜੇ ਮੌਜੂਦ ਨੇ, ਉਹਦਾ ਕੀ ਵਿਗੜਦਾ? ਦੁਰਮਤ ਦਾ ਕੁਛ ਨਹੀਂ ਵਿਗੜ ਸਕਦਾ। ਉਹ ਨਹੀਂ ਵਿਗੜਨ, ਲੋਭ ਨੂੰ ਜਾਣ ਦਿੰਦੇ। ਕਿਤੇ ਲੋਕਾਂ 'ਚ ਵਿਆਪਕ ਰੱਖਣਗੇ। ਉਹ ਮੋਹ ਨੂੰ ਨਹੀਂ ਛੱਡਣ ਦਿੰਦੇ, ਉਕਸਾਉਣਗੇ। ਸੰਤ ਵੀ ਇਹੀ ਕੰਮ ਕਰਦੇ ਨੇ। ਇਹ ਸਾਰੀ ਫੌਜ ਜਿਹੜੀ ਲੱਗੀ ਹੋਈ ਹੈ, ਇਹ ਗੁਰਮਤਿ ਦੇ ਖਿਲਾਫ ਲੱਗੀ ਹੋਈ ਹੈ। ਇਹ ਨਕਸ਼ਾ ਦਿਖਾਉਣਾ ਸੰਸਾਰ ਨੂੰ, ਨੰਗੇ ਕਰ ਦੇਣੇ ਬਿਲਕੁਲ ਪਰਦਾ ਚੱਕ ਕੇ। ਇਹੀ ਤਾਂ ਭਰਮ ਦਾ ਪਰਦਾ। ਹੋਰ ਭਰਮ ਦਾ ਪਰਦਾ ਕੀ ਹੈ? ਥੱਲੇ ਲੋਕ ਇਹ ਕਰਨ ਕੀ ਲੱਗੇ ਹੋਏ ਨੇ? ਸੰਤ ਜਾਂ ਗੁਰਦੁਆਰੇ ਵਾਲੇ। ਗੋਲਕ ਤਾਂ ਵੱਜਦੀ ਹੈ ਜੇ ਇਹ ਪ੍ਰਚਾਰ ਰੱਖਣਗੇ। ਜਿੱਦਣ ਪਰਦਾ ਚੱਕਿਆ ਗਿਆ, ਗੋਲਕ ਚੱਕੀ ਗਈ। ਪਬਲਿਕ ਨੂੰ ਪਤਾ ਕੋਈ ਨਹੀਂ। ਪਬਲਿਕ ਦੇ ਭਾਵੇਂ ਤਾਂ ਬਹੁਤ ਕੁਝ ਕਰ ਰਹੇ ਨੇ ਗੁਰਮਤਿ ਬਾਰੇ ਹੀ। ਤੜਕੇ 2 ਵਜੇ ਉੱਠਦੇ ਨੇ, ਸਿਆਲ ਦੇ ਮਹੀਨੇ, ਠੰਡੇ ਪਾਣੀ ਨਾਲ ਫਰਸ਼ ਧੋਂਦੇ ਨੇ, ਨੰਗੇ ਪੈਰੀਂ ਉੱਥੇ ਫਿਰਦੇ ਨੇ। ਪਬਲਿਕ ਨੂੰ ਤਾਂ ਆਹ ਕੋ ਦੀਂਦਾ। ਉਹ ਗੱਲ ਨਹੀਂ ਦਿੰਦੀ ਜਿਹੜੇ ਇੱਥੇ ਲੱਗੇ ਹੋਏ ਨੇ। ਲੱਗਾ ਕਿਉਂ ਹੋਏ ਨੇ? ਸਭ ਤੋਂ ਸ਼ਕਤੀਸ਼ਾਲੀ ਵਿਚਾਰਧਾਰਾ ਜਿਹੜੀ ਗੁਰਮਤਿ, ਉਹਦੇ ਨਾਲ ਟੱਕਰ ਹੈ ਇਹਨਾਂ ਦੀ। ਸਭ ਤੋਂ ਸ਼ਕਤੀਸ਼ਾਲੀ ਜਿਹੜੀ ਤਾਕਤ ਹੈ, ਸਰਵ ਸ਼ਕਤੀਮਾਨ ਦੇ ਖਿਲਾਫ ਹੈ ਇਹਨਾਂ ਦੀ ਟੈਰੀਟਰੀ। ਰਾਜ ਸਰਵ ਸ਼ਕਤੀਮਾਨ ਦੇ ਖਿਲਾਫ ਲੜਾਈ ਲੜ ਰਹੇ ਨੇ ਲੋਕ। ਤਬ ਤਾਂ ਕਰਨਗੇ ਹੀ, ਫਿਰ ਪ੍ਰਭਾਵ ਤਾਂ ਪਾਉਣਗੇ ਹੀ ਲੋਕਾਂ 'ਤੇ। ਇਹ ਤਾਂ ਪਾਉਣਾ ਹੀ ਪਊਗਾ। ਪਖੰਡ ਤਾਂ ਕਰਨਾ ਹੀ ਪਊਗਾ। ਲੋਕਾਂ ਨੂੰ ਕਿਵੇਂ ਮਗਰ ਲਾ ਕੇ ਰੱਖਣ? ਪਖੰਡ ਬਾਅਦ ਨਾਲ ਲੋਕਾਂ ਨੂੰ ਮਗਰ ਲਾ ਕੇ ਰੱਖੀਦਾ ਹੁੰਦਾ ਹੈ। ਕਿਉਂਕਿ ਸੱਚ ਜਿਹੜੀ ਚੀਜ਼ ਲੋਕਾਂ ਨੂੰ ਭੁੱਖ ਹੈ, ਜਿਹਦੇ ਵਾਸਤੇ ਆਉਂਦੇ, ਜਿਹਦੀਆਂ ਗੱਲਾਂ ਕਹਾਣੀਆਂ ਸੁਣਦੇ ਨੇ, ਖਿਲਾਫ ਤੋਦੀ ਉਹ ਕਰਦੇ ਨੇ। ਜਿਹੜੇ ਗੁਰੂਆਂ ਨੂੰ ਚੰਗਾ ਕਹਿੰਦੇ ਨੇ, ਖਿਲਾਫ ਤੋਂ ਉਹਨਾਂ ਦੀ ਵਿਚਾਰਧਾਰਾ ਦੀ ਕਰ ਰਹੇ ਨੇ। ਪਤਾ ਨਹੀਂ ਲੱਗਣ ਦਿੰਦੇ ਕਿਸੇ ਨੂੰ। ਜੇ ਖਿਲਾਫਤ ਨਹੀਂ ਸੀ ਕਰਦੇ, ਸਿੱਖੀ ਕਿੱਥੇ ਗਈ ਇਹ ਦੱਸ ਦੇਣ। ਫਿਰ ਸਿੱਖੀ ਕਿੱਥੇ ਗਈ, ਕਿਉਂ ਗਈ, ਜੇ ਤੁਸੀਂ ਖਿਲਾਫਤ ਨਹੀਂ ਕਰਦੇ?
ਇਹ ਤੁਸੀਂ ਕਹੋ ਵੀ ਸਾਨੂੰ ਤਾਂ ਪਤਾ ਹੀ ਨਹੀਂ ਦੀ ਖਿਲਾਫਤ ਹੋ ਰਹੀ ਹੈ। ਇਸ ਇੱਕ ਬਿਆਨ ਨਾਲ ਬਰੀ ਹੋ ਸਕਦੇ ਨੇ, ਇੱਕੋ ਹੀ ਬਿਆਨ ਹੈ ਨਾ ਕੋ ਬਰੀ ਹੋਣ ਦਾ। ਵੀ ਰੱਬ ਦਾ ਹੀ ਬਾਤ ਆ, ਸਾਨੂੰ ਨਹੀਂ ਪਤਾ ਸਾਡੇ ਖਿਲਾਫਤ ਹੋ ਰਹੀ। ਆਹ ਹੱਥ ਖੜੇ ਕਰੇ ਨੇ, ਅਸੀਂ ਖਿਲਾਫਤ ਨਹੀਂ ਕਰਦੇ। ਇੱਕੋ ਹੀ ਰਸਤਾ ਨਿਕਲਣ ਦਾ, ਹੋਰ ਕੋਈ ਰਸਤਾ ਹੈ ਹੀ ਨਹੀਂ ਨਿਕਲਣ ਦਾ ਇਹਨਾਂ ਕੋਲ। ਨਹੀਂ ਤਾਂ ਫਿਰ ਮੋੜ ਠਗਾ ਠਗ ਸਭ ਨੇ ਲਾ ਦੇਣੀਆਂ ਖਿਲਾਫ। ਸੰਗਤ ਨੇ ਸਾਰੀ ਵਰਡ ਨੇ ਮੋਹਰਾਂ ਇਹਨਾਂ ਦੇ ਖਿਲਾਫ ਲਾ ਦੇਣੀਆਂ ਨੇ। ਕੌਣ ਨੇ? ਹਾਂਜੀ। ਬੇਡੀ ਪ੍ਰੀਤ ਮਨਜੂਰੀ ਮੰਗੈ, ਜੇ ਕੋ ਛਾਣ ਛਵਾਵੈ ਹੋ। ਬੇਡੀ ਪ੍ਰੀਤ ਮਨਜੂਰੀ ਮੰਗੈ। ਹੁਣ ਇਹਨਾਂ ਦਾ ਕਿਸੇ ਨਾਲ ਪ੍ਰੀਤ ਹੈ, ਇਹਨਾਂ ਦੀ ਸੱਚ ਨਾਲ? ਇਹ ਦੱਸੋ ਕਿਹਨੇ ਬੇਡੀ ਨੂੰ ਮਨਜੂਰੀ ਪ੍ਰੀਤ ਦੀ ਦਿੱਤੀ ਹੈ? ਜਿਹੜਾ ਪ੍ਰੀਤ ਕਰੂਗਾ ਬੇਡੀ ਨਾਲ ਉਹ ਕੀ ਹੋਊਗਾ? ਤੁਮ ਸੰਗ ਜੋੜ ਅਵਰ ਸੰਗ ਤੋੜੀ। ਉਹਨੂੰ ਸੰਸਾਰ ਨਾਲ ਗੋਲ ਕਰਨਾ ਤੋੜਨੀ ਪਊਗੀ, ਸੰਸਾਰ ਨਾਲ ਤੋੜਨੀ ਪਊਗੀ। ਐਵੇਂ ਨਹੀਂ ਪ੍ਰੀਤ ਹੋ ਜਾਂਦੀ। ਪ੍ਰੀਤ ਪਤਾ ਲੱਗ ਜੂ ਹੈ ਕਿ ਨਹੀਂ ਹੈ। ਬੇਡੀ ਪ੍ਰੀਤ ਮਜੂਰੀ ਮੰਗਾ। ਉਹ ਜਿਹੜਾ ਮਜੂਰੀ ਹੈ ਨਾ ਬੇਡੀ ਦੀ, ਮਜੂਰੀ ਕਾਹਦੀ ਹੈ? ਭਵ ਸਾਗਰ ਤਾਰਨਾ ਉਹਨੇ। ਉਹ ਜਿਹੜਾ ਉਹਨੇ ਜਹਾਜ਼ ਬਣਾਇਆ ਨਾ ਨਾਮ ਦਾ, ਹਮੇਸ਼ਾ ਲਈ ਉਹ ਜਹਾਜ਼ 'ਚ ਬਿਠਾਉਣ ਦੀ ਮਜੂਰੀ ਲੈਂਦਾ। ਉਹ ਇਕੱਠਾ ਹੀ ਲੈ ਲੈਂਦਾ ਬਿੱਲ ਤਾਂ ਲੈਣਾ ਹੀ ਉਹਨੇ। ਇੱਕੋ ਵਾਰ ਟਿਕਟ ਕੱਟਤਾ ਉਹਨੇ ਪ੍ਰੀਤ ਦਾ। ਤੇ ਜੇ ਪ੍ਰੀਤ ਆ ਉਹਦੇ ਨਾਲ ਫਿਰ ਉਹ ਆਪੇ, ਫਿਰ ਉਹਦੀ ਜ਼ਿੰਮੇਵਾਰੀ ਹੈ ਡੁੱਬਣ ਦੇਣਾ। ਜੇ ਪ੍ਰੀਤ ਉਹਦੀ ਖਰੀਦ ਲਈ ਅਸੀਂ, ਮਨ ਦੇ ਰਾਮ ਲਿਓ ਹੈ ਮੋਲ, ਖਰੀਦਣਾ ਪਊਗਾ। ਮਨ ਵੇਚੇ ਸਤਿਗੁਰ ਕੇ ਪਾਸ। ਦੇਖਾ ਭਲਾ ਮਨ ਵੇਚ ਦੂ, ਕਿਹੜਾ ਵੇਚ ਦੂ ਇਹਨਾਂ ਚੋਂ ਕੋਈ ਮਨ ਵੇਚ ਦੂ? ਪਹਿਲਾਂ ਜਹੇਦਾਰ ਅਕਾਲ ਤਖਤ ਦਾ ਵੇਚੇ, ਫਿਰ ਵੇਚੇ ਬਾਦਲ, ਦੋ ਆਗੂ ਨੇ ਨਾ। ਜੇ ਨਹੀਂ ਵੇਚਦੇ ਤਾਂ ਛੱਡ ਕੇ ਪਰੇ ਹੋ ਜਾਣ ਸਿੱਖੀ। ਨਹੀਂ ਲੋਕ ਪੜਿਆ ਦੇਣਗੇ ਇੱਟਾਂ ਮਾਰ ਮਾਰ ਇਹਨਾਂ ਨੂੰ। ਫਿਰ ਨਾ ਕਿਉਂ ਦੱਸਿਆ ਨਹੀਂ? ਸਮਾਂ ਆਊਗਾ ਇੱਟਾਂ ਮਾਰਨਗੇ ਇਹਨਾਂ ਦੇ ਲੋਕ। ਅੱਗ ਲੱਗ ਗਈ ਸਮੁੰਦਰ ਨੂੰ। ਹਾਂ, ਇਹਨਾਂ ਤੇ ਬੁਝਣੀ ਨਹੀਂ ਹੈ। ਹੁਣ ਨਹੀਂ ਬੁਝਦੀ ਇਹਨਾਂ ਤੇ, ਜ਼ੋਰ ਲਾ ਲੈਣਾ ਇਹ। ਹਾਂਜੀ। ਜੋ ਕੋਈ ਛਾਣ ਛਵਾਵੈ ਹੋ। ਜੇ ਕੋਈ ਚਾਹੁੰਦਾ ਮੇਰੇ ਤੇ ਕਿਰਪਾ ਹੋ ਜਵੇ, ਜੇ ਕੋਈ ਛਤ, ਅਸਲ 'ਚ ਛਤਰ ਹੈ। ਉਹ ਰਵਿਦਾਸ ਇਹਨੂੰ ਛਤਰ ਕਹਿੰਦਾ, ਛਾਨ ਨੂੰ। ਗਰੀਬ ਨਵਾਜ ਗੁਸਾਈਆਂ ਮੇਰਾ, ਕੋਈ ਛੰਨ ਕਹਿ ਲਓ ਕੋਈ ਛਤਰ ਕਹਿ ਲਓ, ਕੀ ਫਰਕ ਪੈਂਦਾ? ਕੋਈ ਛੰਨ ਨੂੰ ਛਤਰ ਮੰਨ ਲਵੇ, ਕੋਈ ਗਰੀਬ ਆਦਮੀ ਛਤਰੇ ਹੈ। ਭਾਈ ਧੁੱਪ ਤੋਂ ਛਤਰ ਕੀ ਹੁੰਦਾ? ਧੁੱਪ ਤੋਂ ਔਰ ਮੀਂਹ ਤੋਂ। ਛੰਨ ਕੀ ਹੈ? ਧੁੱਪ ਤੋਂ ਔਰ ਮੀਂਹ ਤੋਂ। ਪਾਲਾ ਵੀ ਉੱਤੋਂ ਨਹੀਂ ਆਉਂਦਾ। ਪਾਲਾ ਜਿਹੜਾ ਠੰਡਾ ਹੈ ਉਹ ਵੀ ਛੰਨ ਦੇ ਵਿੱਚ ਘੱਟ ਹੁੰਦੀ ਹੈ। ਗਰਮੀ ਸਰਦੀ ਤੋਂ ਕਹਿ ਲਓ, ਗਰਮੀ ਸਰਦੀ ਤੋਂ ਹੈ। ਇਹ ਗਰਮੀ ਸਰਦੀ ਦੋਏ ਬਿਮਾਰੀਆਂ ਨੇ, ਸੀਰਾ ਤਾਤਾ ਹੋਏ ਅਖੀਰ ਵਾਲੀਆਂ। ਉਹ ਜਾ ਕੇ ਸਤੋਗੁਣੀ 'ਚ ਦੋ ਬਿਮਾਰੀਆਂ ਰਹਿ ਗਈਆਂ ਤੀਏ ਘਰ 'ਚ। ਸਤੋਗੁਣ ਦੀ ਟੀਸੀ 'ਤੇ ਜਾ ਕੇ ਜਦ ਚਲਿਆ ਜਾਂਦਾ ਨਾ ਆਦਮੀ, ਜਿਹੜਾ ਕਹਿ ਰਿਹਾ ਮੈਂ ਦੁੱਗਣੀ ਮਜ਼ਦੂਰੀ ਦਊਂ, ਅਸਲ ਸਤੋਗੁਣ ਦੀ ਟੀਸੀ 'ਤੇ ਖੜਾ ਉਹ। ਹੁਣ ਤੁਰਿਆ ਭੱਜ ਚਾਹੁੰਦਾ ਚੌਥਾ। ਸਤੋਗੁਣ ਦੇ ਤਾਂ ਤੀਜੇ ਘਰ 'ਚ ਤਾਂ ਖੜਾ, ਚੌਥੇ 'ਚ ਚਾਹੁੰਦਾ ਹੁਣ ਜਾਣਾ। ਉਹਨੂੰ ਅਜੇ ਅਕਲ ਹੈ ਨਹੀਂ, ਮਜ਼ਦੂਰੀ ਦਿੰਦਾ ਨਾ, ਕਿਉਂਕਿ ਚੜਾਵਾ ਚੜਾਉਂਦਾ ਆਇਆ ਨਾ ਪਿੱਛੇ ਮਾਇਆ ਨਾਲ ਖਰੀਦਦਾ ਆਇਆ ਸਭ ਕੁਛ। ਫੁੱਲ ਤੱਕ ਤਾਂ ਚਲਿਆ ਗਿਆ ਹੁਣ ਮਾਇਆ ਨਾਲ। ਪੁੰਨਦਾਨ ਨਾਲ ਗਾਹਾਂ ਨਹੀਂ ਪੁੰਨਦਾਨ ਚੱਲਦਾ। ਗਾਂ ਜੇ ਦਾਨ ਕਰਨਾ ਵੇ ਮਾਨ ਕਰੋ, ਮਨ ਵਿੱਚ ਐਸਾ ਸੁਰ ਕੇ ਪਾਸ। ਤਨ ਮਨ ਧਨ ਸਭ ਸੌਂਪ ਗੁਰ ਕੋ, ਕੰਮਨਿਆ ਪਾਈਐ। ਹੁਣ ਗਾਹਾਂ ਜਾ ਕੇ ਚੌਥੇ ਘਰ 'ਚ ਇਹ ਹੁਣ ਥੱਲੇ ਵਾਲਾ ਦਾ ਸੌਦਾ ਚੱਲਣਾ ਨਹੀਂ ਚੌਥੇ ਘਰ 'ਚ। ਉਹ ਵਿਚਾਰੇ ਨੂੰ ਗਾਹਾਂ ਵਾਲੀ ਦੱਸੀ ਕੁਛ ਨਹੀਂ ਵੀ ਹੁਣ ਬਦਲ ਗਈ ਭਾਈ ਗੱਡੀ, ਹੁਣ ਤਾਂ ਲਾਈਨ ਬਦਲ ਗਈ, ਉਹ ਨਹੀਂ ਚੱਲਣਾ, ਹੁਣ ਬਾਈ ਏਅਰ ਜਾਣਾ। ਪਹਿਲਾਂ ਹੁੰਦਾ ਤਾਂ ਜ਼ਮੀਨ 'ਤੇ, ਹੁਣ ਜਾਣਾ ਬਾਈ ਏਅਰ। ਇਹ ਸਫ਼ਰ ਹੋਰ ਤਰ੍ਹਾਂ ਦਾ, ਇੱਥੇ ਕੁਛ ਹੋਰ ਲੱਗਦਾ, ਉੱਥੇ ਕੁਛ ਹੋਰ ਲੱਗਦਾ ਸੀ।
ਇੱਥੇ ਵਾਲਾ ਥੱਲੇ ਵਾਲਾ ਤਾਂ ਥੱਲੇ ਹੀ ਰਹਿ ਜਾਂਦਾ, ਉੱਤੇ ਵਾਲਾ ਦੇ ਹੁਣ ਕੁਛ। ਉਹ ਚੌਥੇ ਪਦ ਵਾਲੀ ਗੱਲ ਮੰਨਦਾ ਹੁਣ, ਉਹ ਤਾਂ ਤਿੰਨ ਵਾਲਾ ਖੜਾ ਵਿਚਾਰਾ। ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਧਰਾ। ਉਹ ਛਤਰ ਮੰਗਦਾ, ਉਹ ਛਤਰੀ ਨਾਲੇ ਉੱਡ ਜਾਣਾ ਹੈ। ਉਹ ਦੇਖਿਆ ਨਹੀਂ ਛਾਲਾਂ ਮਾਰਦੇ, ਉਹ ਹਵਾਈ ਜਹਾਜ਼ ਤੇ ਹੁੰਦਾ ਨਹੀਂ ਛਤਰੀ ਨਾਲ ਉੱਡ ਜਾਂਦੇ ਨੇ। ਅੱਜ ਤੇ ਦੀਵਾਲੀ ਨੂੰ ਗਵਾਰੇ ਉਡਾਏ ਨੇ, ਗੈਸ ਭਰ ਜਾਂਦੀ ਉੱਤੇ ਉੱਡ ਜਾਂਦੇ ਨੇ ਦੀਵਾ ਜਾ ਲੈ ਕੇ। ਜੋ ਦੀਵਾ ਜਲਦਾ ਹੀ ਰਹੇ ਨਾਮ ਦਾ, ਦੀਵਾ ਮੇਰਾ ਇੱਕ ਨਾਮ, ਜੇ ਦੀਵਾ ਜਲਦਾ ਹੀ ਰਹੇ ਤਾਂ ਉਹ ਉੱਤੇ ਨੂੰ ਆਉਣਾ, ਜਾਣਾ ਥੱਲੇ ਨੂੰ ਕਿਵੇਂ ਆ ਜਾਊਗਾ। ਲੋਗ ਕੁਟੰਬ ਸਭੂ ਤੇ ਤੋਰੈ ਤਉ ਆਪਨ ਬੇਟੀ ਆਵੈ ਹੋ। ਜੇ ਹੁਣ ਕਹਿੰਦੇ ਤੁਸੀਂ ਉਹਦੀ ਪ੍ਰੀਤ ਕਰਨੀ ਹੈ, ਫਿਰ ਲੋਕ ਔਰ ਕੁਟੰਬ ਸਾਰਿਆਂ ਨੂੰ ਤੋੜਨੀ ਪਊਗੀ। ਤੋੜ ਲਓਗੇ, ਹੈ ਹਿੰਮਤ ਕਿਸੇ 'ਚ? ਜੇ ਲੋਕ ਕੁਟੰਬ ਨੂੰ ਤੋੜੀ, ਅਰਦਾਸ ਕਾਹਦੀ ਰਹਿ ਗਈ ਕਰਨ ਨੂੰ? ਇਹ ਦੱਸਣ। ਜਿਹਨੇ ਲੋਕ ਕੁਟੰਬ ਨੂੰ ਤੋੜ ਲਈ, ਅਰਦਾਸ ਕਿਹੜੀ ਬਚੀ ਹੈ? ਸਮਝਾਉਣ ਮੈਨੂੰ ਕਿੱਥੇ ਹੈ। ਕੱਲੀ ਕੱਲੀ ਪੰਕਤੀ ਛਿੱਤਰ ਮਾਰੂਗੀ, ਕੱਲੀ ਕੱਲੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਛਿੱਤਰ ਮਾਰੂਗੀ, ਛਿੱਤਰ। ਦੱਸੋ ਅਰਦਾਸ ਕਾਹਦੀ ਬਚ ਗਈ? ਇਹਦੇ ਬਿਨਾਂ ਤਾਂ ਬੇਟੀ ਨਹੀਂ ਮਿਲਣਾ। ਪ੍ਰੀਤ ਬਿਨਾਂ, ਪ੍ਰੀਤ ਕਰਨ ਵਾਸਤੇ ਲੋਕ ਕੁਟੰਬ ਤੋੜਨੀ ਪਊਗੀ। ਅਰਦਾਸ ਕਾਹਦੀ ਕਰਨੀ ਹੈ ਹੁਣ? ਅਰਦਾਸ ਇੱਕ ਵੱਜ ਜਾਂਦੀ ਹੈ, ਫਿਰ ਬਸ ਇੱਕੋ ਵੱਜਦੀ ਹੈ, ਨਾਨਕ ਮੰਗਾ ਨਾਮਦਾਨ ਕਿਰਪਾ ਕਰੋ। ਇਹ ਕਰੇ ਅਰਦਾਸ। ਇਹੀ ਅਰਦਾਸ ਹੈ, ਕਿਸੇ ਤਰੀਕੇ ਨਾਲ ਕਰ ਲਓ। ਨਾਨਕ ਕੇ ਕਰੇ ਅਰਦਾਸ। ਇੱਕ ਅਰਦਾਸ ਭਾਟ ਕੀਰਤ ਕੀ, ਇੱਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰੱਖੋ ਸ਼ਰਨਾਈ, ਮੈਂ ਦਾਸ ਹਾਂ ਆਪਣੀ ਸ਼ਰਨ 'ਚ ਰੱਖ। ਤੇ ਦਾਸ ਹੋ ਗਿਆ, ਦਾਸ ਦਾ ਤਾਂ ਕੋਈ ਮਲਕੀਅਤ ਨਹੀਂ ਹੁੰਦੀ, ਦਾਸ ਤਾਂ ਮਾਲਕ ਨਹੀਂ ਹੁੰਦਾ ਕਿਸੇ ਚੀਜ਼ ਦਾ। ਦਾਸ ਤਾਂ ਗੋਲਾ ਹੁੰਦਾ, ਲਾਲਾ ਗੋਲਾ। ਅਰਦਾਸ ਕਾਹਦੀ ਰਹੇਗੀ ਕਰਨ ਦੀ? ਇਹ ਸਭ ਮੀਣਿਆਂ ਦਾ ਪ੍ਰਚਾਰ ਹੈ, ਗੁਰਮਤਿ ਤੋਂ ਖਿਲਾਫ ਵਾਲਿਆਂ ਦਾ ਪ੍ਰਚਾਰ ਹੈ। ਤੁਹਾਡਾ ਪੜਦਾ ਦਿੱਤਾ ਫੋਲ ਸਾਰਾ ਹੀ ਰਿਹਾ, ਕੱਖ ਵੀ ਨਹੀਂ। ਬੋਲਣ ਤੁਹਾਡੇ ਕੋਲ ਕੁਛ ਹੈ ਨਹੀਂ, ਇਹਦੇ ਕਰਕੇ ਬੋਲਦੇ ਨਹੀਂ। ਬੋਲੋ ਕੀ ਬੋਲਣ ਨੂੰ ਹੈ? ਕੁਛ ਨਹੀਂ। ਆਹ ਬੋਲਦਾ ਨਾ ਬਾਪ ਸਾਰਿਆਂ ਦਾ, ਆਹ ਬਾਪੂ ਬੋਲਦਾ, ਇਹ ਬੋਲਤੀ ਬੰਦ ਕਰ ਦਿੰਦਾ। ਲੋਕ ਕੁਟੰਬ ਸਭੂ ਤੇ ਤੋੜੈ, ਇਹ ਬਾਪੂ ਕੋਈ ਕਿਹਦਾ? ਬਣਾ ਲਓ ਗੁਰੂ ਸ਼ਬਦ, ਲੈ ਲਓ ਸਵਾਦ। ਇਹਦਾ ਕਰੋ ਇਹਦਾ ਵਿਰੋਧ, ਖੜੇ ਹੋ ਕੇ ਡਟ ਕੇ ਵੀ ਅਸੀਂ ਨਹੀਂ ਮੰਨਦੇ ਗੁਰੂ ਇਹਨੂੰ। ਨਹੀਂ ਡੁੱਬ ਕੇ ਉਹਦੇ ਸਰੋਵਰ 'ਚ ਨੱਕ ਡੋਬ ਕੇ ਮਰ ਜਾਓ, ਫਿਰ ਉੱਥੇ ਹੀ ਸਾਰੇ ਹੀ ਮਰ ਜਾਓ ਸਰੋਵਰ ਦੇ ਵਿੱਚ। ਉਹ ਸਰੋਵਰ ਡੁੱਬ ਕੇ ਹੀ ਮਰ ਜਾਓ, ਹੋਰ ਨਹੀਂ ਕੁਛ ਹੁੰਦਾ ਸ਼ਰਮ ਨਾਲ। ਪਰ ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਉੱਥੇ ਹੀ ਤੁਹਾਡੇ ਘਰ ਹੈ ਉਹ, ਜਿੱਥੇ ਸੀ ਸ਼ਰਮ ਧਰਮ ਕਾ ਡੇਰਾ ਦੂਰ। ਤੇ ਸ਼ਰਮ ਧਰਮ ਦਾ ਡੇਰਾ ਤਾਂ ਫਿਰ ਹੀ ਨਹੀਂ, ਤੁਹਾਡੇ ਦਾ ਨੇੜੇ ਤੇੜੇ ਨਹੀਂ ਸ਼ਰਮ ਦਾ ਡੇਰਾ। ਇਹ ਲਾਗੂ ਤੁਹਾਡੇ ਤੇ ਹੋ ਗਈ ਅੱਜ ਪੰਕਤੀ। ਉਸ ਵੇਲੇ ਖਬਨੀ ਕਿਹਨੂੰ ਕਿਹਾ ਸੀ? ਉਹ ਕੂੜ ਡੋਬੇ ਪੂਰਾ। ਤੁਸੀਂ ਪੂਰ ਰੋਜ਼ ਆਉਂਦੇ, ਤੁਹਾਡੇ ਕੋਲ ਇੰਨੇ ਲੋਕ ਡੋਬੀ ਜਾਂਦੇ ਉਹਨਾਂ ਨੂੰ, ਕੂੜ ਨਾਲ। ਕੋਈ ਸ਼ਰਮ ਕਰੋ। ਉਹ ਗੁਰਬਾਣੀ ਕੀ ਕਹਿੰਦੀ ਹੈ, ਤੁਸੀਂ ਕੀ ਕਰ ਰਹੇ ਹੋ? ਕੁਛ ਤਾਂ ਸ਼ਰਮ ਕਰੋ। ਨਹੀਂ ਡੁੱਬ ਕੇ ਹੀ ਮਰ ਜਾਓ, ਬਥੇਰਾ ਪਾਣੀ ਹੈ ਉੱਥੇ। ਹਾਂਜੀ। ਲੋਗ ਕੁਟੰਬ ਸਭੂ ਤੇ ਤੋੜੈ ਤਉ ਆਪਨ ਬੇਟੀ ਆਵੈ ਹੋ। ਤਾਂ ਆਪਨ ਬੇਟੀ ਆਵੈ, ਜਿੱਦਣ ਤੁਸੀਂ ਤੋੜ ਲਈ ਆਪੇ ਆਜੂ ਬੇਟੀ। ਤਾਂ ਕਹੂ ਦੱਸ ਕੀ ਕਰਾਉਣਾ, ਛੰਨ ਕਹੇ ਜੀ ਬਣਾਉਣੀ ਹੈ? ਬੇਟੀ ਤਾਂ ਆਪੇ ਆ ਜਾਂਦਾ, ਤੋੜੋ ਤਾਂ ਸਹੀ ਕੋਈ। ਪਰ ਇਹਨਾਂ ਨੇ ਤਾਂ ਗੋਲਕ ਨਾਲ ਜੋੜੀ ਹੋਈ ਹੈ, ਸੰਗਤ ਨਾਲ ਜੋੜੀ ਹੋਈ ਹੈ। ਸੰਗਤ ਥੋੜੀ ਆਉਂਦੀ ਹੈ, ਗੋਲਕ ਥੋੜੀ ਹੈ। ਆਪਨ ਬੇਟੀ ਆਵੈ ਹੋ
ਕਮ ਤੋਂ ਕਮ ਦੁਨੀਆ 'ਚ ਤਾਂ ਨਾ ਬਦਨਾਮ ਕਰੋ, ਸਿੱਖੀ ਨੂੰ ਪਰੇ ਹੋ ਜਾਓ, ਛੱਡ ਕੇ ਗੁਰਦੁਆਰੇ। ਚੰਗੀ ਗੱਲ ਇਹ ਹੈ, ਨਹੀਂ ਛਡਾ ਦੇਣਾ ਅਗਲੇ ਨੇ, ਸਾਰੀ ਦੁਨੀਆ ਨੇ ਛਡਾ ਦੇਣਾ। ਸਾਰੀ ਵਰਡ ਇੰਨਾ ਥੁੱਕ ਦੂ, ਥੱਲੇ ਹੀ ਆ ਜਾਓਗੇ ਤੁਸੀਂ, ਥੁੱਕ ਦੇ ਥੱਲੇ ਹੀ ਦਬ ਜਾਓਗੇ, ਸਰੋਵਰ ਬਣ ਜਾਊਗਾ ਬਹੁਤ ਬੜਾ। ਹਾਂਜੀ, ਐਸੋ ਬੇਡੀ ਵਰਨ ਨ ਸਾਕੂ, ਐਸੋ ਬੇਡੀ ਵਰਨ ਨ ਸਾਕੂ। ਬੇਡੀ ਕਹਿ ਜਾਏ, ਮੈਂ ਤਾਂ ਦੇਖਿਆ, ਉਹਨੇ ਦੇਖਿਆ ਬੇਡੀ, ਉਹਦੇ ਤਾਂ ਆਇਆ ਕਰ। ਸਭ ਅੰਤਰ ਸਭ ਠਾਈ ਹੋ, ਐਸੋ ਬੇਡੀ, ਬੇਡੀ ਐਸਾ ਹੈ ਵਰਨ ਨ ਸਾਕੂ। ਉਹਦੇ ਮੈਂ ਬਿਆਨ ਤਾਂ ਨਹੀਂ ਕਰ ਸਕਦਾ। ਬਿਆਨ ਕੀ ਕਰਾਂ, ਸਾਰਿਆਂ ਦੇ ਅੰਦਰ ਹੈ। ਬਾਹਰ ਨੂੰ ਝਾਕਦੇ ਨੇ ਸਾਰੇ ਹੀ, ਸੰਗਤ ਵੱਲ ਝਾਕਦੇ ਨੇ, ਕਿਹੜਾ ਕਿੰਨੇ ਪੈਸੇ ਚੜ੍ਹਦਾ, ਮਾਇਆ ਵੱਲ ਝਾਕਦੇ ਨੇ, ਅੰਦਰ ਨੂੰ ਨਹੀਂ ਝਾਕਦੇ। ਸਭ ਅੰਤਰ ਸਭ ਠਾਈ ਹੋ, ਸਭ ਅੰਤਰ ਸਭ ਠਾਈ ਹੋ। ਕੋਈ ਚਾਹੇ ਗੁਰਦੁਆਰੇ 'ਚ ਖੜਾ, ਚਾਹੇ ਕੋਈ ਬਾਹਰ ਖੜਾ, ਚਾਹੇ ਕੋਈ ਝਟਕੇ ਵਾਲੀ ਦੁਕਾਨ ਤੇ ਬੈਠਾ, ਝਟਕਾਈ ਆ, ਉੱਥੇ ਵੀ ਬੇਡੀ ਹੈਗਾ, ਬੇਡੀ ਸਾਰੇ ਹੀ ਹੈ। ਸਭ ਅੰਤਰ ਸਭ ਠਾਈ ਹੋ। ਉਹ ਮਾਲਾ ਫੇਰਨ ਵਾਲੇ ਕੋਲੇ ਨਹੀਂ, ਉਹ ਝਟਕੇ ਵਾਲੇ ਕੋਲ ਵੀ ਹੈ, ਠੇਕੇ ਵਾਲੇ ਕੋਲ ਵੀ ਹੈ, ਜਿਹੜਾ ਠੇਕੇ ਤੇ ਬੈਠਾ ਉਹ ਸਾਰੇ ਹੀ ਹੈ। ਕੋਈ ਮਾਲਾ ਵਾਲਾ ਕਹੇ ਮੇਰੇ ਕੋਲ ਹੈ, ਸਮਾਧੀ ਵਾਲਾ ਕਹੇ ਮੇਰੇ ਕੋਲ ਹੈ, ਉਹਦੇ ਕੋਲ ਛੇਤੀ ਆ ਜਾਂਦਾ, ਤੁਹਾਡੇ ਕੋਲ ਘੱਟ ਆਉਂਦਾ ਪਖੰਡੀਆਂ ਕੋ। ਉਹ ਕਿਹੜਾ ਉਹਦਾ ਕਿਰਤ ਕਰਕੇ ਖਾਂਦਾ, ਬਾਕੀ ਤਾਂ ਤੁਸੀਂ ਹਰਾਮ ਦਾ ਖਾਂਦੇ ਹੋ ਮਾਲਾ ਵਾਲੇ। ਤੁਹਾਡੇ ਕਿਵੇਂ ਆ ਜਾਊਗਾ? ਤੁਹਾਡੇ ਕੋਲ ਤਾਂ ਸ਼ਰਮਿੰਦਾ ਹੁੰਦਾ ਆ ਕੇ ਵੀ। ਉਹ ਕਰਤਾ ਜਾਂਦੇ ਨੂੰ ਵੀ ਸ਼ਰਮ ਲੱਗਦੀ ਹੈ ਜਿਹੜਾ ਮਾਲਾ ਫੇਰਦਾ। ਜਿਹੜਾ ਕਿਰਤ ਕਰਕੇ ਖਾਂਦਾ ਉੱਥੇ ਇਹਨੂੰ ਸ਼ਰਮ ਲੱਗਦੀ। ਕਿਰਤ ਕਰਦਾ ਕਾਸੇ ਦੀ ਕਰਦਾ, ਪੁੰਨ ਪਾਪ ਹੋਊ ਉਹਨਾਂ ਨੂੰ, ਮਾਲਾ ਫੇਰਨ ਵਾਲਿਆਂ ਨੂੰ ਪੁੰਨ ਪਾਪ ਹੋਊ, ਇਹਨਾਂ ਨੂੰ ਪੁੰਨ ਪਾਪ ਨਹੀਂ ਹੁੰਦਾ। ਪੁੰਨ ਪਾਪ ਦਾ ਪਖੰਡ ਵੀ ਮਾਲਾ ਵਾਲਿਆਂ ਨੇ ਬਣਾਇਆ ਹੋਇਆ। ਪੁੰਨ ਪਾਪ ਦਾ ਪਖੰਡ ਉਹਨਾਂ ਨੇ ਬਣਾਇਆ ਜਿਹਨਾਂ ਨੇ ਵਿਹਲੀਆਂ ਖਾਣੀਆਂ ਨੇ। ਪੁੰਨ ਪਾਪ ਹੁੰਦਾ ਹੀ ਨਹੀਂ। ਸਦਨ ਕਸਾਈ ਦੀ ਬਾਣੀ ਐਵੇਂ ਨਹੀਂ ਆ ਗਈ। ਉਹ ਸਦਨਾ ਦੀ ਵੀ ਤਾਂ ਕਸਾਈ ਸੀਗਾ, ਉੱਥੇ ਬੇਟੀ ਹੈ ਨਹੀਂ ਸੀ, ਇੱਥੇ ਬੈਠਾ ਗੁਰਬਾਣੀ 'ਚ। ਇਹਨਾਂ ਦਾ ਵੀ ਹੈ ਕੋਈ, ਜਿਹੜੇ ਬੈਠੇ ਨੇ ਮਾਲਾ ਫੇਰਨ ਵਾਲਿਆਂ ਨੇ ਵੀ ਹੈ ਇੱਥੇ ਕੋਈ। ਇੱਕ ਆਦਮੀ ਦਿਖਾਓ ਜਿਹੜਾ ਮਾਲਾ ਫੇਰਦਾ ਹੋਵੇ ਇੱਥੇ ਬੈਠਾ, ਜਿਹਦੀ ਬਾਣੀ ਆ ਗਈ ਹੋਵੇ, ਜਿਹਦੀ ਬਾਣੀ ਆ ਗਈ ਹੋਵੇ। ਉਹਨਾਂ ਦਾ ਇੱਕ ਵੀ ਨਹੀਂ। ਸਾਡੇ ਕੋਲ ਕਸਾਈ ਬੈਠਾ ਵਿੱਚ ਸਦਨ, ਉਹ ਤਾਂ ਕਹਿ ਰਿਹਾ ਕਹਾ ਗੁਣ ਤੇਰੇ ਸਤਿਗੁਰਾਂ ਜੇ ਕਰਮ ਨਾ ਨਾਸੇ। ਤੇਰੇ 'ਚ ਕਾਹਦਾ ਗੁਣਾ, ਮੇਰਾ ਕਰਮ ਨਹੀਂ ਨਾਸਿਆ। ਕਰਮ ਨਹੀਂ ਛੱਡਿਆ ਦਾ ਮਤਲਬ ਉਹਨੇ ਕਰਮ ਦਾ ਨਾਸ। ਗਿਆਨ ਪਿਆ ਤਾਂ ਕਰਮੇ ਨਾਸ। ਕਰਮ ਦਾ ਰੰਗ ਚੜ੍ਹਦਾ ਹੀ ਨਹੀਂ ਹੈ ਗਿਆਨਵਾਨ ਨੂੰ। ਕਰਮ ਦਾ ਰੰਗ ਚੜ੍ਹਦਾ ਭਰਮ ਗਿਆਨੀ ਨੂੰ। ਕਰਮ ਉਹਦੇ 'ਤੇ ਕੀ ਅਸਰ ਕਰੂਗਾ? ਜਿਹੜਾ ਕਰਮ ਮੰਨਦਾ ਮੈਂ ਕਰਦਾ, ਉਹਦੇ 'ਤੇ ਰੰਗ ਚੜ੍ਹਦਾ। ਜਿਹੜਾ ਕਰਮ ਕਰਦ ਹੋਏ ਨੇ ਕੰਮ ਹੀ ਹੈ, ਉਹਦੇ ਰੰਗ ਕਿਵੇਂ ਚੜ੍ਹ ਜੂ? ਕਰਮ ਦਾ ਉਹਦੇ ਚੜ੍ਹਦਾ ਹੀ ਨਹੀਂ ਹੁੰਦਾ। ਉਹਦੇ ਅਸਰ ਹੀ ਨਹੀਂ ਕਰਮ ਕਰਨ ਦਾ, ਨਾ ਚੰਗੇ ਦਾ ਨਾ ਮਾੜੇ ਦਾ। ਹਾਂਜੀ, ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਨ ਨ ਜਾਈ ਹੋ। ਜਿਵੇਂ ਗੂੰਗੇ ਨੇ ਮਹਾ ਅੰਮ੍ਰਿਤ ਰਸ, ਬਹੁਤ ਜ਼ਿਆਦਾ ਮਿੱਠਾ। ਅੰਮ੍ਰਿਤ ਅਸਲ ਮਿੱਠੇ ਨੂੰ ਕਹਿੰਦੇ ਨੇ। ਜਿਹੜਾ ਮਿੱਠਾ ਹੈ ਨਾ ਜਲ, ਉਹ ਅੰਮ੍ਰਿਤ ਕਹਿੰਦੇ ਨੇ ਉਹਨੂੰ। ਕਿਉਂਕਿ ਅੰਮ੍ਰਿਤ ਕਰ ਕਰ ਨੀਮ ਸਿੰਜਾਈ। ਨਿੰਮ ਨੂੰ ਅੰਮ੍ਰਿਤ ਨਾ ਸਿੰਜਿਆ। ਜੇ ਅੰਮ੍ਰਿਤ ਦਾ ਮਤਲਬ ਦੁੱਧ ਹੋਵੇ ਤਾਂ ਵੀ ਕੌੜਾਪਨ ਨਾ ਜਾਈ। ਇਹਦਾ ਮਤਲਬ ਬਹੁਤ ਮਿੱਠੇ ਪਾਣੀ ਨੂੰ ਅੰਮ੍ਰਿਤ ਕਹਿੰਦੇ ਨੇ। ਆਪਣੇ ਵੀ ਪਤਾਸਿਆਂ ਵਾਲਾ ਪਾਣੀ ਸਭ ਤੋਂ ਇੰਨਾ ਮਿੱਠਾ ਅਸੀਂ ਨਹੀਂ ਪੀਂਦੇ ਪਾਣੀ ਜਿੰਨਾ ਅੰਮ੍ਰਿਤ ਬਣਾਉਂਦੇ ਨੇ, ਪੌੜ ਬਣਾਉਂਦੇ ਨੇ। ਜਦ ਜਿੰਨਾ ਮਿੱਠਾ ਉਹ ਪਾਉਂਦੇ ਨੇ, ਉੱਦਾਂ ਨਹੀਂ ਪਾਣੀ ਕੋਈ ਪੀ ਸਕਦਾ ਇੰਨਾ ਮਿੱਠਾ, ਪੀਂਦਾ ਹੀ ਨਹੀਂ। ਅਤਿਅੰਤ ਮਿੱਠਾ ਜਿਹੜਾ ਹੈ ਨਾ, ਉਹਨੂੰ ਅੰਮ੍ਰਿਤ ਕਹਿੰਦੇ ਨੇ। ਹਾਂਜੀ, ਅੰਮ੍ਰਿਤ ਰਸ ਚਾਖਿਆ, ਪੁੱਛੇ ਨੇ ਅੰਮ੍ਰਿਤ ਰਸ ਚੱਖ ਲਿਆ। ਉਹਨਾਂ ਦਿਨਾਂ 'ਚ ਬਹੁਤ ਘੱਟ ਮਿੱਠਾ ਹੁੰਦਾ ਸੀ ਪੈਦਾ। ਮਿੱਠਾ ਬਹੁਤ ਘੱਟ ਮਿਲਦਾ ਸੀ ਖਾਣ ਨੂੰ ਲੋਕਾਂ ਨੂੰ। ਪਰ ਗੂੰਗੇ ਨੂੰ ਦੇ ਦਿੱਤਾ ਅੰਮ੍ਰਿਤ ਬਹੁਤ ਅਤਿਅੰਤ ਮਿੱਠਾ। ਖੁਸ਼ ਤਾਂ ਗੂੰਗਾ ਬਹੁਤ ਹੈ, ਪਰ ਦੱਸੇ ਕੀ? ਪੁੱਛੇ ਕਹਿਨ ਨ ਜਾਈ ਹੋ। ਬਿਆਨ ਨਹੀਂ ਹੁਣ ਕਰ ਸਕਦਾ। ਐਸੋ ਬੇਡੀ ਵਰਨ ਨਾ ਸਕੂ। ਇਸ ਕਰਕੇ ਬੇਟੀ ਤਾਂ ਮੇਰੇ ਅੰਦਰ ਹੈ ਜ਼ਰੂਰ, ਪਰ ਵਰਣਨ ਮੇਤੇ ਵੀ ਨਹੀਂ ਹੁੰਦਾ। ਗੂੰਗੇ ਵਾਲੀ ਪੋਜੀਸ਼ਨ ਹੈ ਮੇਰੀ।
ਇਹ ਆ ਵੀ ਆਪਣੇ ਅੰਦਰੋਂ ਤੁਸੀਂ ਟੋਲ ਲਓ, ਹੈ ਅੰਦਰੇ। ਸਭ ਅੰਤਰ ਸਭ ਠਾਈ ਹੋ, ਸਭ ਅੰਤਰ ਸਭ ਠਾਈ ਹੋ, ਸਾਰਿਆਂ ਦੇ ਅੰਦਰ ਹੈ। ਬੇਡੀ ਕੇ ਗੁਣ ਸੁਨਰੀ ਬਾਈ, ਜੜਦ ਬਾਂਧ ਤੂੰ ਥਾਪਿਓ ਹੋ। ਬੇਡੀ ਕੇ ਗੁਣ ਸੁਣ ਲਈ ਬਾਈ, ਬੇਡੀ ਦਾ ਗੁਣ ਇੱਕ ਹੋਰ ਦਾ, ਹਾਂ ਉਹਦਾ ਗੁਣ ਦੱਸਿਆ ਜਾ ਸਕਦਾ। ਜਲਦ ਬਾਂਧ ਧਰੂ ਥਾਪਿਓ ਰੇ, ਜੜਦ ਬਾਂਧ ਧਰੂ ਥਾਪਿਓ ਹੋ। ਥਾਪਿਓ ਹੋ, ਇਹ ਜਿਹੜਾ ਧਰੂ ਜਲਦਾ ਸੀ ਨਾ ਤ੍ਰਿਸ਼ਨਾ ਦੀ ਅੱਗ 'ਚ, ਤ੍ਰਿਕੁਟੀ 'ਚ ਇਹ ਮਾਇਆ ਦੀ ਦੇਖਦਾ ਸੀ, ਮਾਇਆ ਨਾਲ ਹੱਥ ਲਾ ਲੈਂਦਾ ਤਾਂ ਸੜ ਜਾਂਦਾ ਸੀ। ਉੱਥੋਂ ਇਹ ਲਿਆ ਕੇ ਜਲ ਨਿਧੀ 'ਚ ਪਾਤਾ, ਤੂੰ ਜਲ ਨਿਧ ਹਾਂ ਜਲ ਕਾ ਮੀਨ। ਉਹ ਆਪ ਜਿਹੜਾ ਹੈ ਉਹ ਜਲ ਨਿਧੀ ਹੈ, ਜਲ ਨਿਧ, ਤੂੰ ਜਲ ਨਿਧ। ਜੇ ਤਾਂ ਹੁੰਦਾ ਜਲ ਦ ਧੱਦੇ ਆ ਨਾ, ਜਲ ਦੀ ਧੱਦੇ ਨੂੰ ਸਿਹਾਰੀ ਹੈ, ਧੱਦੇ ਨੂੰ ਸਿਹਾਰੀ ਹੈ। ਇਹ ਜਲ ਜਮਾ ਨਿਧੀ ਲਫ਼ਜ਼ ਹੈ, ਜਲ ਜਮਾ ਨਿਧੀ, ਜਲ ਦੀ ਲਫ਼ਜ਼ ਆ ਗਿਆ। ਜੇ ਹੁੰਦਾ ਜਲਤ ਤੱਤਾ ਹੁੰਦਾ ਫਿਰ ਧੱਦਾ ਨਹੀਂ ਸੀ ਹੋਣਾ, ਸਿਹਾਰੀ ਵੀ ਨਹੀਂ ਤੀ ਹੋਣਾ। ਫਿਰ ਜਲਤ, ਜੇ ਇਹਦੇ ਜਲ ਦਾ ਅਰਥ ਕਰੀਏ ਕਰਾਂਗੇ ਫਿਰ ਤੱਤਾ ਚਾਹੀਦਾ, ਧੱਦਾ ਨਹੀਂ ਚਾਹੀਦਾ। ਜੇ ਧੱਦਾ ਤਾਂ ਜਲ ਨਿਧੀ ਅਰਥ ਕਰਾਂਗੇ ਦੇ। ਧਰੂ ਨਾਲ ਜਲਣ ਦਾ ਕੰਮ ਆਇਆ ਨਹੀਂ, ਪ੍ਰਹਲਾਦ ਨਾਲ ਆਇਆ ਜਲਣ ਵਾਲੀ ਗੱਲ ਕਹਾਣੀ ਜਿਹੜੀ ਜੋੜੀ ਇਹਨਾਂ ਨੇ। ਹਾਂ, ਧਰੂ ਨਾਲ ਤਾਂ ਆਇਆ ਨਹੀਂ, ਉਹ ਤਾਂ ਜਲਿਆ ਤਾਂ ਪ੍ਰਹਲਾਦ ਹੈ। ਜਲ ਦੀ ਬਾਂਧ ਧਰੂ ਥਾਪਿਓ ਹੋ, ਜਲ ਨਿਧੀ ਬਾਂਧ ਬੰਨ ਕੇ ਜਲ ਨਿਧੀ ਦੇ ਵਿੱਚ ਟਿਕਾ ਕੇ ਧਰੂ ਇਹਨੂੰ ਥਾਪ ਦਿੱਤਾ, ਟਿਕਾਤਾ। ਧਰੂ ਦਾ ਮਤਲਬ ਹੁੰਦਾ ਟਿਕਿਆ ਹੋਇਆ, ਥਪਿਆ ਹੋਇਆ, ਧਰੂ ਦਾ ਮਤਲਬ ਹੀ ਹੈ। ਹਾਂ, ਨਾਮੇ ਕੇ ਸੁਆਮੀ ਸੀ ਅਬ ਹੋਰੀ, ਲੰਕ ਭੀਖਣ ਆਪਿਓ ਹੋ। ਲੰਕ ਨਾਮੇ ਕਾ ਸੁਆਮੀ ਸੀ ਬਹੋਰੀ। ਨਾਮੇ ਕਾ ਸੁਆਮੀ ਕੀ ਹੈ? ਉਹ ਜਿਹੜੀ ਪਹਿਲਾਂ ਠੰਡਕ ਸੀ ਨਾ, ਠੰਡਕ ਹਿਵਾ ਘਰ ਸੀ ਬਹੋਰੀ, ਸੀ ਬਹੋਰੀ, ਉਹ ਦੁਬਾਰਾ ਲੈ ਆਉਂਦੀ ਸ਼ੀਤਲਤਾ ਅੰਦਰ, ਹਿਵਾ ਘਰ ਦੁਬਾਰਾ ਬਣ ਗਿਆ। ਪਹਿਲਾਂ ਕੀ, ਪਹਿਲਾਂ ਜਲਦਾ ਸੀ ਤ੍ਰਿਸ਼ਨਾ ਦੀ ਅੱਗ 'ਚ, ਤ੍ਰਿਸ਼ਨਾ ਦੀ ਅੱਗ 'ਚੋਂ ਕੱਢ ਕੇ ਤ੍ਰਿਕੁਟੀ 'ਚੋਂ ਹਿਰਦੇ 'ਚ ਲਿਆ ਕੇ ਉਹਨੇ ਆਪਣੇ ਨਾਲ ਟਿਕਾ ਲਿਆ, ਆਪਣੇ ਨਾਲ ਜੋੜ ਲਿਆ, ਜਲ ਨਿਧੀ ਵਿੱਚ ਪਾ ਲਿਆ। ਤੂੰ ਜਲ ਨਿਧ ਹਾਂ ਜਲ ਕਾ, ਉਹ ਜਲ ਕਾ ਮੀਨ ਬਣ ਗਿਆ, ਉਹ ਜਲ ਨਿਧ ਆਪ ਸਤਿਗੁਰ ਬਣ ਗਿਆ, ਵਿੱਚੇ ਉਹਦੇ ਸਮਾ ਗਿਆ। ਜਿਵੇਂ ਮੱਛੀ ਪਾਣੀ 'ਚ ਵੜ ਗਈ ਤੇ ਮੱਛੀ ਦੀ ਪਿਆਸ ਪਾਣੀ ਦੀ ਹਟ ਗਈ, ਉਹ ਜਿਹੜੀ ਜਲਨਤੀ ਪਾਣੀ ਬਣਾ ਉਹ ਵੀ ਹਟ ਗਈ। ਜਲ ਨਿਧੀ ਦੇ ਵਿੱਚ ਲੁਕ ਗਈ ਮੱਛੀ, ਆਪਣੇ ਮੂੜ 'ਚ ਸਮਾ ਗਈ। ਮੱਛੀ ਦਾ ਮੂੜ ਚੱਲੇ ਹੈ। ਹਾਂਜੀ, ਨਾਮੇ ਕੇ ਸੁਆਮੀ ਸੀ ਅਬ ਹੋਰੀ, ਲੰਕ ਭੀਖਣ ਆਪਿਓ ਹੋ। ਨਾਮੇ ਕਾ ਸੁਆਮੀ ਕੀ ਹੈ? ਸੀ ਬਹੋਰੀ। ਸੀ ਸੀਤਾ ਨਹੀਂ ਹੈ, ਸੀਤਲਤਾ ਦਾ ਨਾਮ ਸੀ। ਉਹ ਸੀਆ ਵੀ ਜਿਹੜੀ ਹੈ ਨਾ, ਉਹਦਾ ਨਾਮ ਵੀ, ਜਿਹੜੀ ਵਿਵੇਕ ਬੁੱਧੀ ਹੈ ਉਹਨੂੰ ਸੀ ਕਹਿੰਦੇ ਨੇ। ਜਿਹਦੇ ਨਾਲ ਸ਼ਾਂਤੀ ਆਉਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਜਿਹੜੀ ਬੁੱਧ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰ ਦਿੰਦੀ ਹੈ, ਉਹ ਸੀ ਬਹੋਰੀ। ਬਹੋਰੀ ਦੁਬਾਰਾ ਲਿਆਇਆ ਨਾ, ਮੋੜ ਲੈਂਦਾ, ਮੋੜ ਕੇ ਲੈ ਆਉਂਦੀ ਸੀ ਤਾਂ ਘਰ। ਉਹ ਰਾਵਣ ਲੈ ਗਿਆ ਸੀ ਨਾ, ਰਾਵਣ ਲੈ ਗਿਆ ਸੀ ਸੀਤਾ ਨੂੰ, ਦੁਬਾਰਾ ਨਹੀਂ ਲੈਂਦੀ ਸੀਤਾ। ਸੀ ਬਹੋਰੀ, ਉਹ ਭਰਮ ਲੈ ਗਿਆ ਸੀ ਸੀਤਾ ਨੂੰ। ਕਿਉਂ ਲੈ ਗਿਆ? ਉਹ ਰਾਮ ਜੋ ਉਧਰ ਚਲਿਆ ਗਿਆ ਨਾ, ਧਿਆਨ ਰਾਮ ਦਾ ਧਿਆਨ ਸੋਨੇ ਦੇ ਮਿਰਗ 'ਚ ਹੋ ਗਿਆ। ਧਿਆਨ ਹੈ ਗਿਆ ਰਾਮ ਦਾ ਉਧਰ, ਰਾਮ ਨਹੀਂ ਗਿਆ ਕਿਤੇ, ਰਾਮ ਨਹੀਂ ਜਾਂਦਾ ਹੁੰਦਾ, ਧਿਆਨ ਅਰ ਚਲਿਆ ਗਿਆ ਮਾਇਆ ਦੇ ਵਿੱਚ। ਮਾਇਆ ਦਾ ਮਿਰਗਾ ਜਿਵੇਂ ਤ੍ਰਿਸ਼ਨਾ ਜਲ ਹੁੰਦਾ, ਉਹ ਪਿੱਛੋਂ ਸੀਤਾ ਰਾਵਣ ਲੈ ਗਿਆ। ਲੰਕ ਭੀਖਣ ਆਪਿਓ ਹੋ, ਲੰਕ ਭਵੀਖਣ ਆਪਿਓ ਹੋ। ਲੰਕਾਰ ਭਵੀਖਣ ਉਹਨੂੰ ਆਪੇ ਹੀ ਹੈ, ਅਰਪਿਓ ਨਹੀਂ ਲਫ਼ਜ਼ ਹੈ, ਆਪਿਓ ਹੋ। ਆਪੇ ਹੀ ਲੰਕਾ ਹੈ, ਆਪੇ ਭਵੀਖਣ ਹੈ। ਹੁਣ ਕੌਣ? ਸੀ ਬਹੋਰੀ। ਉੱਥੇ ਲੰਕਾ ਹੋਰ ਹੈ, ਭਵੀਖਣ ਹੋਰ ਹੈ। ਭਵੀਖਣ ਨੂੰ ਲੰਕਾ ਦਾ ਰਾਜ ਦਿੱਤਾ ਉਹਨਾਂ ਦੀ ਰਮਾਇਣ 'ਚ। ਇਹ ਕਹਿੰਦਾ ਨਾ ਕੋਈ ਲੰਕਾ ਨਾ ਕੋਈ ਭਵੀਖਣ ਹੈ, ਉਹੀ ਲੰਕਾ ਉਹੀ ਭਵੀਖਣ।
ਲੰਕ ਭਵਿੱਖਣ ਆਪੇ ਹੋ, ਲਾਮੇ ਕੇ ਸੁਆਮੀ ਸੀ ਬੋਹਰੀ। ਸੀਤਾ ਵੀ ਲੈ ਲਈ, ਲੰਕਾ ਵੀ ਵਿੱਚੇ ਸਮਾ ਗਈ, ਸੀਤਾ ਵੀ ਵਿੱਚੇ ਸਮਾ ਗਈ, ਲੰਕਾ ਵੀ ਵਿੱਚੇ ਸਮਾ ਗਈ, ਭਵਿੱਖਣ ਆਪੇ ਹੋ। ਭਵੀਖਣ ਵੀ ਉੱਥੇ ਆਪੇ ਹੀ ਹੈ। ਭਵੀਖਣ ਆਪੇ ਕੀ ਜਿਹੜਾ ਹੁੰਦਾ ਨਾ, ਲੰਕਾ ਕੀ ਹੈ? ਲੰਕਾ ਹਿਰਦਾ, ਜੋ ਸਪੇਸ ਹੈ, ਜੋ ਆਕਾਸ਼ ਹੈ, ਜਾਂ ਐਂ ਕਹ ਲਓ ਜੋ ਗਗਨ ਹੈ, ਇਹ ਅੰਬਰ ਹੈ। ਜੋ ਅੰਬਰ ਹੈ, ਅੰਬਰ ਉਹਨੇ ਪੀ ਲਿਆ ਸਾਰਾ ਹੀ, ਤੇ ਅੰਬਰ ਤਾਂ ਉਹਦੇ ਅੰਦਰ ਹੀ ਸਮਾ ਗਿਆ। ਫਿਰ ਲੰਕਾ ਤਾਂ ਅੰਦਰ ਹੀ ਸਮਾ ਗਈ। ਹਿਰਦਾ ਲੰਕਾ, ਸਾਰੀ ਲੰਕਾ ਉਹਦੇ ਵਿੱਚ ਹੀ ਸਮਾ ਗਈ। ਲੰਕਾ ਕਿਤੇ ਨਹੀਂ ਦਿੰਦੀ ਹੁਣ। ਲੰਕਾ ਕਦੋਂ ਦਿੰਦੀ ਸੀ? ਲੰਕਾ ਕਿੱਥੇ ਸੀ? ਜਿੱਥੇ ਹਨੇਰਾ ਸੀ ਹਿਰਦੇ 'ਚ, ਉਹਦਾ ਨਾਮ ਲੰਕਾ ਸੀ। ਉੱਥੇ ਹੀ ਰਾਵਣ ਦਾ ਰਾਜ ਸੀ। ਜਿੰਨੇ ਹਿਰਦੇ 'ਚ ਹਨੇਰਾ ਸੀ, ਉਹਨੇ ਹਿਰਦੇ 'ਚ ਲੰਕਾ ਸੀ। ਉੱਥੇ ਹੀ ਮਨ ਘੁੰਮਦਾ ਸੀ, ਉਸ ਏਰੀਏ 'ਚ ਮਨ ਦੌੜਦਾ ਸੀ। ਪਤਾ ਨਹੀਂ ਸੀ ਉੱਥੇ ਹਨੇਰੇ 'ਚ ਕੀ ਹੈ, ਭੱਜਦਾ ਸੀ। ਤੇ ਹੁਣ ਉਹਦੇ 'ਤੇ ਵੀ ਕਬਜ਼ਾ ਹੋ ਗਿਆ, ਉਹ ਵੀ ਵਿੱਚੇ ਮਿਲ ਗਿਆ। ਜਦ ਭਰਮ ਦੂਰ ਹੋ ਗਿਆ, ਉਹ ਏਰੀਆ ਕਿੱਥੇ ਗਿਆ? ਲੰਕਾ ਵਿੱਚੇ ਹੀ ਸਮਾ ਗਿਆ। ਆਪੇ ਹੀ ਉਹ ਲੰਕਾ ਬਣ ਗਿਆ, ਉਹ ਏਰੀਆ ਵੀ ਰੋਸ਼ਨ ਹੋ ਗਿਆ। ਲੰਕ ਭਵਿੱਖਣ ਆਪੇ ਉਹ, ਭਵੀਖਣ ਨਾਲ ਲੰਕ ਆਪੇ ਹੀ ਉਹ ਇੱਕੋ ਹੀ ਰਹਿ ਗਿਆ। ਇੱਕ ਰਹਿ ਗਿਆ, ਨਾ ਲੰਕਾ ਰਹੀ ਨਾ ਭਵੀਖਣ ਰਿਹਾ। ਜੇ ਲੰਕਾ ਅੱਡਾ, ਮਾਇਆ ਨਹੀਂ ਰਹੀ ਉਦੋਂ, ਮਾਇਆ ਵਿੱਚ ਸਮਾ ਗਈ। ਮਾਇਆ ਨਾਲ ਨਹੀਂ ਜੁੜਿਆ ਹੋਇਆ, ਮਾਇਆ ਉਹ 'ਚ ਸਮਾਈ ਹੋਈ ਹੈ। ਸੱਚੇ ਤੇ ਪਵਨਾ ਪਿਆ ਸੀ, ਪਵਨਾ ਤੇ ਜਲ, ਯਾਨੀ ਜਿਹੜਾ ਆਕਾਸ਼ ਹੈ, ਆਕਾਸ਼ ਉਹਨੇ ਪੀਤਾਂਬਰ, ਅੰਬਰ ਜਦ ਪੀ ਲਿਆ, ਪਾਣੀ ਪੀ ਲਿਆ ਕਿਸੇ ਨੇ ਚੱਕ ਕੇ ਗਲਾਸ, ਤੇ ਪਾਣੀ ਕਿੱਥੇ ਗਿਆ? ਪਾਣੀ ਕਿੱਥੇ ਗਿਆ? ਉਹ ਬੰਦਾ ਜਿਹਨੇ ਪਾਣੀ ਪੀਤਾ ਉਹੀ ਰਹਿ ਗਿਆ, ਪਾਣੀ ਤਾਂ ਗਿਆ। ਉਹਨਾਂ ਚਿਰ ਪਾਣੀ ਸੀ ਜਿੰਨਾ ਚਿਰ ਬਾਹਰ ਪਿਆ ਗਲਾਸ 'ਚ, ਆਪੇ ਹੀ ਪਾਣੀ ਹੈ ਉਹ। ਪਾਣੀ ਕਿੱਥੇ ਚਲਾ ਗਿਆ? ਉਹ ਆਦਮੀ ਇਕੱਲਾ ਹੀ ਹੈ ਜਿਹਨੇ ਪੀ ਲਿਆ, ਉਹਦੇ ਅੰਦਰ ਹੀ ਪਾਣੀ ਹੈ। ਫਿਰ ਪਾਣੀ ਦਾ ਵੱਖਰਾ ਨਾਂ ਨਹੀਂ ਰਹਿੰਦਾ। ਲੰਕ ਭਵਿੱਖਣ ਆਪੇ ਉਹ, ਬਸਤ ਮਾਏ ਲੈ ਬਸਤ ਗੜਾਈ, ਤਾਕੋ ਪਿੰਨ ਕਹਿਣਾ ਚਾਹੀ। ਪਿੰਨ ਕਿਵੇਂ ਕਹਿ ਦੋਗੇ ਤੁਸੀਂ? ਜਦ ਉਹਨੇ ਅੰਬਰ ਪੀ ਲਿਆ ਤਾਂ ਜਿਹਨੇ ਪੀਤਾ ਉਹਦਾ ਹੀ ਨਾਂ ਵੱਜੂ ਅੰਬਰ। ਖਤਮ, ਅੰਬਰ ਦਾ ਨਾਂ ਨਹੀਂ ਚੱਲਦਾ ਹੁੰਦਾ। ਬਸਤ ਮਾਏ ਲੈ ਬਸਤ ਗੜਾਈ, ਇੱਕ ਬਸ ਦੂਈ ਬਸਤ 'ਚ ਪਾਤੀ। ਮਿਆਨ ਔਰ ਤਲਵਾਰ ਉਹਨਾਂ ਜਰਾ ਡਰਨੇ ਜਿੰਨਾ ਚਿਰ ਮਿਆਨ ਤਲਵਾਰ ਤੋਂ ਬਾਹਰ ਹੈ, ਉਹਨਾਂ ਜਿਹੜੇ ਡੋਡ ਨੇ। ਜਦ ਦੋਏ ਇਕੱਠੇ ਹੋ ਗਏ, ਇੱਕ ਦਾ ਨਾਂ ਚੱਲੂ, ਫਿਰ ਦੋ ਇੱਕ ਦਾ ਹੀ ਨਾਂ ਚੱਲੂ, ਦੋ ਦਾ ਨਹੀਂ ਚੱਲਦਾ। ਤੇ ਕੋਈ ਤੇ ਮਿਆਨ ਦਾ ਨਾਂ ਨਹੀਂ ਚੱਲਦਾ, ਤਲਵਾਰ ਦਾ ਚੱਲਦਾ। ਬਸ ਇਹੀ ਗੱਲ ਹੈ। ਜਿਹੜਾ ਅਸੀਂ ਨਾਂ ਰੱਖਿਆ ਹੋਇਆ ਨਾ, ਇਸ ਨਿਯਮ ਦੇ ਉੱਤੇ ਕਹਿੰਦੇ ਜੀ ਜਾਤ ਰੰਗਾ ਕੇ ਨਾਮ। ਜਾਤ ਔਰ ਰੰਗ ਦੇ ਰੰਗ ਕਰਕੇ ਜੀ ਦੀ ਪਛਾਣ। ਮਿਆਨ ਨਹੀਂ ਹੈ, ਤਲਵਾਰ ਹੀ ਕਹਿੰਦੇ ਉਹਨੂੰ, ਸਰੀਰ ਨਹੀਂ ਕਹਿੰਦੇ। ਸਾਡੇ ਕੋਲ ਜਿਹੜਾ ਨਾਨਕ ਹੈ, ਜੋਤ ਹੈ, ਜਾਤ ਨਹੀਂ ਹੈ। ਗੁਰਬਾਣੀ ਜਾਤ ਨੂੰ ਨਹੀਂ, ਮਿਆਨ ਨੂੰ ਨਹੀਂ ਮੰਨਦੀ। ਉਹ ਜਿਵੇਂ ਅਸੀਂ ਤਲਵਾਰ ਦੀ ਗੱਲ ਕਰਦੇ ਹਾਂ, ਬਾਅਦ ਤਲਵਾਰ ਹੈ, ਮਿਆਨ ਦੀ ਗੱਲ ਨਹੀਂ ਕਰਦੇ। ਹਾਲਾਂਕਿ ਮਿਆਨ ਦੇ ਵਿੱਚ ਹੈ ਤਲਵਾਰ, ਐਵੇਂ ਆਤਮਾ ਵਿੱਚ ਹੈ ਸਰੀਰ ਦੇ। ਸਰੀਰ ਦੀ ਗੱਲ ਨਹੀਂ ਹੁੰਦੀ, ਆਤਮਾ ਦੀ ਗੱਲ ਹੁੰਦੀ ਹੈ, ਜੋਤ ਦੀ ਗੱਲ ਹੁੰਦੀ ਹੈ। ਤੇ ਪਾਤਸ਼ਾਹੀਆਂ ਅਸੀਂ 10 ਕਹਿੰਦੇ ਹਾਂ, ਜੋਤ ਇੱਕੋ ਹੀ ਹੈ। ਜੋਤ ਦਾ ਨਾਂ ਚੱਲਦਾ, ਉੱਥੇ ਜਾਤ ਦਾ ਨਹੀਂ ਚੱਲਦਾ ਹੈ। ਇਸ ਕਰਕੇ ਨਾਨਕੇ ਨਾਂ ਰੱਖਦਾ ਸਾਰਿਆਂ ਦਾ, ਕਿ ਜੋਤ ਇੱਕ ਰਹੇ ਨਾ, ਜੋਤ ਦਾ ਨਾਂ ਹੈ। ਜੀ ਜਾਤ ਰੰਗਾ ਕੇ ਨਾਮ, ਰੰਗ ਜਾਂ ਜਾਤ
ਅਸਲ ਜੀ ਦਾ ਹੀ ਨਾਮ ਹੈ, ਉਹ ਆਤਮਾ ਕਰਕੇ ਨਾਮ ਹੈ। ਬੌਲਦ ਕੀ ਹੈ? ਬੌਲਦ ਸਰੀਰ ਨਹੀਂ ਹੈ। ਗੁਰਬਾਣੀ ਸਰੀਰ ਨੂੰ ਬੌਲਦ ਨਹੀਂ ਕਹਿੰਦੇ। ਜਾਂ ਉਪਦੇਸ਼ ਦਿੱਤਾ ਬੌਲਦ ਨੂੰ, ਜੋ ਤੇਰੇ ਦੋ ਸਿੰਘ ਚਾਰ ਪੈਰ ਹੁੰਦੇ ਸੀ, ਮੁਖ ਗੂੰਗਾ ਹੁੰਦਾ ਸੀ, ਤਬ ਹਰੀ ਦੇ ਗੁਣ ਕਿਵੇਂ ਗਾਉਂਦਾ। ਗੱਲ ਬੌਲਦ ਨੂੰ ਹੈ ਕਿ ਜੋਤ ਨੂੰ ਹੈ? ਉਦੋਂ ਸੀ, ਹੁਣ ਤਾਂ ਹੈ ਨਹੀਂ। ਤੇਰੇ ਕੋਲ ਦੋ ਸਿੰਘ ਹੁੰਦੇ ਸੀ, ਚਾਰ ਪੈਰ ਹੁੰਦੇ ਸੀ, ਮੁਖ ਗੂੰਗਾ ਹੁੰਦਾ ਸੀ, ਬੋਲ ਸਕਦਾ ਨਹੀਂ ਸੀ। ਉਦੋਂ ਹਰੀਕੇ ਗੁਣ ਤੂੰ ਕਿਵੇਂ ਗਾਉਂਦਾ? ਆਦਮੀ ਨੂੰ ਕਹਿ ਰਹੇ ਨੇ ਤੇ ਉਪਦੇਸ਼ ਕਰ ਰਹੇ ਨੇ ਜੋਤ ਨੂੰ, ਤੇ ਸਰੀਰ ਨੂੰ ਥੋੜ੍ਹੀ ਕਰ ਰਹੇ ਨੇ ਉਪਦੇਸ਼। ਉਹਨੂੰ ਯਾਦ ਕਰਾਇਆ ਵੀ ਉਦੋਂ ਤੇਰੇ ਕੋਲ ਇਹੋ ਜਿਹਾ ਸਰੀਰ ਸੀ, ਉਦੋਂ ਤਾਂ ਤੈਨੂੰ ਚਲੋ ਮਾਫ ਸੀ, ਹੁਣ ਨਹੀਂ ਮਾਫ ਹੈਗਾ। ਆਦਮੀ ਨੂੰ ਨਹੀਂ ਮਾਫ ਹੈਗਾ ਹੈ। ਹੁਣ ਤੂੰ ਗਾ ਸਕਦਾ, ਉਦੋਂ ਜਿਹੜਾ ਕੰਮ ਕਰਦਾ ਸੀ ਤੇ ਉਹ ਕੰਮ ਲਿਆ। ਜੋ ਕੰਮ ਉਦੋਂ ਕਰ ਸਕਦਾ ਸੀ ਉਦੋਂ ਉਹ ਕੰਮ ਲੈ ਲਿਆ। ਘੋੜਾ ਜੋ ਕੰਮ ਕਰ ਸਕਦਾ ਘੋੜੇ ਦੇ ਕੰਮ ਲੈ ਲਿਆ। ਮੱਛੀ ਜੋ ਕੰਮ ਆ ਸਕਦੀ ਹੈ ਮੱਛੀ ਦੇ ਕੰਮ ਲੈ ਲਿਆ। ਮੱਛੀ ਤਾਂ ਸੀ ਫੂਡ ਬਣ ਸਕਦੀ ਹੈ, ਫੂਡ ਬਣਾਈ ਹੈ ਲੋਕਾਂ ਨੇ, ਫੂਡ ਵਾਸਤੇ ਪੈਦਾ ਕੀਤੀ ਸੀ। ਪੈਦਾ ਹੀ ਜਿਹੜੀ ਚੀਜ਼ ਕੀਤੀ ਹੋਈ ਹੈ। ਹੁਣ ਪੱਠੇ ਹੋਰ ਜੋ ਚੀਜ਼ਾਂ ਪੈਦਾ ਕੀਤੀਆਂ ਨੇ ਖਾਣ ਪੀਣ ਵਾਸਤੇ ਕੀਤੀਆਂ ਨੇ ਨਾ ਪੈਦਾ। ਜੇ ਅਸੀਂ ਕਹੀਏ ਇਹਨਾਂ ਨੂੰ ਖਾਣਾ ਹੀ ਨਹੀਂ, ਇਹਨਾਂ ਨੂੰ ਚੀਜ਼ਾਂ ਨੂੰ ਮਾਰਨਾ ਹੀ ਨਹੀਂ, ਇਹ ਤਾਂ ਜੀਵ ਨੇ, ਇਹ ਤਾਂ ਮਾਸ ਹੈ, ਫਿਰ ਅਕਲ ਤੋਂ ਖਾਲੀ ਵਾਲੀ ਗੱਲ ਹੈ। ਇਹ ਅਕਲ ਤੋਂ ਖਾਲੀ ਵਾਲੀ ਗੱਲ ਹੈ। ਘਾਹ ਵੀ ਵੱਢਣਾ ਛੱਡਤਾ ਸੀ ਲੋਕਾਂ ਨੇ। ਇਹ ਜਿਹੜੀ ਭਗਤੀ ਹੈ ਨਾ ਇਹਨਾਂ ਦੀ, ਵੈਸ਼ਨੂਆਂ ਦੀ, ਮਾਲਾ ਵਾਲਿਆਂ ਦੀ, ਘਾਹ ਵੀ ਨਹੀਂ ਸੀ ਵੱਢਦੇ, ਦਾਤਣ ਨਹੀਂ ਸੀ ਤੋੜਦੇ। ਹੁਣ ਵੀ ਕਹਿੰਦੇ ਰਾਤ ਨੂੰ ਨਹੀਂ ਦਾਤਣ ਤੋੜੀ ਦੀ। ਦਰਖਤ ਸੌਂ ਜਾਂਦੇ ਨੇ, ਧਰਤੀ ਸੁੱਤੀ ਪਈ ਹੈ, ਹੁਣ ਹਲ ਨਹੀਂ ਪਾਉਣਾ, ਇਹ ਕਰਨਾ। ਇਹ ਸਭ ਇਹਨਾਂ ਦੀਆਂ ਗੱਲਾਂ ਨੇ ਪੰਡਤ ਦੀਆਂ ਜੋੜੀਆਂ ਹੋਈਆਂ। ਕਦੇ ਜਾਗ ਜਾਂਦੀ ਹੈ ਧਰਤੀ, ਕਦੇ ਇਹਨਾਂ ਦੀ ਸੌਂ ਜਾਂਦੀ ਹੈ, ਕਦੇ ਕੋਈ ਤਾਰਾ ਚੜ੍ਹ ਜਾਂਦਾ, ਕਦੇ ਕੋਈ ਛਿਪ ਜਾਂਦਾ, ਕਦੇ ਵਿਆਹ ਹੁੰਦੇ ਨੇ, ਕਦੇ ਨਹੀਂ ਹੁੰਦੇ। ਇਹਨਾਂ ਦਾ ਹਿਸਾਬ ਕਿਤਾਬ ਹੈ ਗੁਰਮਤਿ ਤੋਂ ਦੂਰ ਵਾਲਿਆਂ ਦਾ, ਸਾਡਾ ਨਹੀਂ ਹੈਗਾ। ਇਹ ਘੱਟ ਗਿਆਨੀਆਂ ਦਾ, ਭਰਮ ਗਿਆਨੀਆਂ ਦਾ ਇਹ ਹਿਸਾਬ ਕਿਤਾਬ। ਉਹ ਐਂ ਨਾ ਉਹਨਾਂ ਦੇ ਬਦਲਦੇ ਨੇ ਮੌਸਮ, ਉਹ ਫਿਰ ਵਿਆਹ ਬੂ ਹੁੰਦੇ ਨੇ, ਉਹਨਾਂ ਨੇ ਲੈਣਾ ਹੁੰਦਾ ਨਾ ਲਾਗ ਉਹਨਾਂ 'ਤੇ, ਆਪਣੇ ਹਿਸਾਬ ਨਾਲ ਕੀਤਾ ਹੋਇਆ ਉਹਨਾਂ ਨੇ।